ਪਹਿਲਾਂ ਵੇਰਕਾ ਸਾਹਿਬ ਸਰਕਾਰੀ ਦਰਬਾਰੇ ਦੀ ਵੀ ਆਪਾਂ ਗੱਲਬਾਤ ਕਰਾਂਗੇ, ਮਾਣੂਕੇ ਸਾਹਿਬ ਤੁਹਾਡੇ ਨਾਲ ਵੀ। ਪਰ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਜੋ ਹਾਲਾਤ ਚੱਲ ਰਹੇ ਨੇ ਇਸ ਟਾਈਮ ਪੰਜਾਬ ਦੇ ਕਰੋਨਾ ਨੂੰ ਲੈ ਕੇ, ਕਿਉਂਕਿ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ, ਸਿਹਤ ਤੋਂ ਬਾਅਦ ਸਾਡਾ ਖਾਣ ਪੀਣ ਜ਼ਰੂਰੀ ਹੈ। ਹੋਰ ਵੀ ਗੱਲਾਂ ਆਪਾਂ ਕਰਾਂਗੇ ਸਰਕਾਰੀ ਦਰਬਾਰੇ ਦੀਆਂ, ਕੀ ਕੁਛ ਸਰਕਾਰ ਕਰ ਰਹੀ ਹੈ। ਪਰ ਸਭ ਤੋਂ ਪਹਿਲਾਂ ਜੇਕਰ ਗੱਲ ਕਰੋਨਾ ਦੀ ਕੀਤੀ ਜਾਵੇ ਤਾਂ ਸਰਕਾਰ ਵੇਰਕਾ ਸਾਹਿਬ ਕਿੱਥੇ ਖੜੀ ਹੈ? ਕਿਉਂਕਿ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਆਕਸੀਜਨ ਦੀ ਤਾਂ ਵੈਕਸੀਨੇਸ਼ਨ ਦੀ ਵੀ ਘਾਟ ਹੋ ਰਹੀ ਹੈ, ਜਿਵੇਂ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ। ਅਤੇ ਨਾਲ ਜੇਕਰ ਅਸੀਂ ਆਕਸੀਜਨ ਦੀ ਗੱਲ ਕਰਦੇ ਹਾਂ ਤਾਂ ਅੱਜ 6 ਮੌਤਾਂ ਹੋਈਆਂ ਨੇ। ਨੀਲਗੜ੍ਹ ਹੌਸਪੀਟਲ ਹੈ ਜਿਹੜਾ, ਉਹਦੇ ਵਿੱਚ 6 ਮੌਤਾਂ ਹੋਈਆਂ ਨੇ, ਉਹ ਵੀ ਆਕਸੀਜਨ ਦੀ 1-2 ਮੌਤਾਂ ਘਾਟ ਕਾਰਨ ਹੋਈਆਂ ਨੇ। ਕਿਵੇਂ ਦੇਖਦੇ ਹੋ? ਦੇਖੋ, ਮੈਂ ਮਹਿਸੂਸ ਕਰਦਾ ਕਿ ਅੱਜ ਦੇਸ਼ ਦੇ ਵਿੱਚ ਹੈਲਥ ਐਮਰਜੈਂਸੀ ਵਰਗੇ ਹਾਲਾਤ ਹੈ ਔਰ ਪੂਰਾ ਦੇਸ਼ ਤਰਾਈ ਕਰ ਰਿਹਾ ਹੈ। ਔਰ ਮੈਂ ਮਹਿਸੂਸ ਕਰਦਾ ਹੈ ਕਿ ਕਿਉਂਕਿ ਇਹ ਜਿਹੜਾ ਮੁੱਦਾ ਹੈ, ਜਿੱਥੇ ਸਟੇਟ ਗਵਰਨਮੈਂਟ ਨਾਲ ਸੰਬੰਧਿਤ, ਉੱਥੇ ਇਹ ਮੇਜਰ ਪਾਰਟ ਗਵਰਨਮੈਂਟ ਆਫ ਇੰਡੀਆ ਨਾਲ ਸੰਬੰਧਿਤ ਹੁੰਦਾ ਹੈ। ਉਹਨਾਂ ਦੀਆਂ ਗਾਈਡਲਾਈਨ ਹੁੰਦੀਆਂ, ਗਵਰਨਮੈਂਟ ਆਫ ਇੰਡੀਆ ਨੇ ਹੀ ਫੈਸਿਲਿਟੀ ਪ੍ਰੋਵਾਈਡ ਕਰਾਉਣੀ ਹੈ। ਔਰ ਪੂਰੇ ਦੇਸ਼ ਦੀ ਜਿਹੜੀ ਸਾਡੀ ਵੈਕਸੀਨ ਹੈ, ਚਾਹੇ ਆਕਸੀਜਨ ਹੈ, ਚਾਹੇ ਉਹ ਮੈਡੀਸਨ ਹੈ, ਔਰ ਚਾਹੇ ਮੈਡੀਕਲ ਐਡਵਾਈਸ, ਇਹ ਸਾਰੇ ਦਾ ਸਾਰਾ ਗਵਰਨਮੈਂਟ ਆਫ ਇੰਡੀਆ ਹੀ ਪ੍ਰੋਵਾਈਡ ਕਰਦੀ ਹੈ। ਮੈਂ ਮਹਿਸੂਸ ਕਰਦਾ ਹੈ ਕਿ ਬਈ ਇਹ ਖਤਰੇ ਨੂੰ ਪਹਿਲੇ ਭਾਬਿਆ ਜਾ ਸਕਦਾ ਸੀ, ਪਹਿਲੇ ਇਸ ਖਤਰੇ ਨੂੰ ਸੋਚਿਆ ਜਾ ਸਕਦਾ ਸੀ। ਲੇਕਿਨ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਹਨਾਂ ਦੇ ਸਾਰੇ ਮੰਤਰੀ ਸਾਹਿਬਾਨ ਵੈਸਟ ਬੰਗਾਲ 'ਚ ਡੇਰਾ ਲਗਾ ਕੇ ਬੈਠੇ ਹੋਏ। ਔਰ ਅੱਜ ਹਾਲਾਤ ਬਦ ਨਾਲੋਂ ਬੱਤਰ ਦੇਸ਼ ਦੇ ਅੰਦਰ ਇਹ ਹੈ ਕਿ ਜਿੱਥੇ ਇਹ ਅੰਮ੍ਰਿਤਸਰ ਦੇ ਵਿੱਚ ਦੁਖਾਂਤ ਘਟਨਾ ਹੋਈ, ਦਿੱਲੀ ਦੇ ਵਿੱਚ ਵੀ 20 ਬੰਦਿਆਂ ਦੀ ਜਿਹੜੀ ਹੈ ਉਹ ਜਾਨ ਆਕਸੀਜਨ ਕਰਕੇ ਗਈ। ਔਰ ਮੈਂ ਇਹ ਮਹਿਸੂਸ ਕਰਦਾ ਕਿ ਕੇਂਦਰ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਣਾ ਚਾਹੀਦਾ, ਸਮਝਣਾ ਚਾਹੀਦਾ। ਔਰ ਮੈਂ ਮਹਿਸੂਸ ਕੀਤਾ ਕਿ ਸ਼ਾਇਦ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਸਮਝ ਲੱਗ ਗਈ ਕਿ ਉਹ ਰੈਲੀ ਕਰਦੇ ਜਾਂਦੇ ਜਹਾਜ਼ ਤੋਂ ਉੱਤਰ ਕੇ ਥੱਲੇ ਉਤਰ ਆਏ। ਪੁੱਛਿਆ ਪੱਤਰਕਾਰਾਂ ਨੇ ਕਿ ਭਾਜੀ ਤੁਹਾਡੀ ਤੇ ਵੈਸਟ ਬੰਗਾਲ 'ਚ ਰੈਲੀ ਸੀ, ਕਿੱਥੇ ਚੱਲੇ ਹੋ? ਕਹਿੰਦੇ ਯਾਰ ਮੈਨੂੰ ਪਤਾ ਲੱਗਾ ਹੈ ਦੇਸ਼ ਦੇ ਹਾਲਾਤ ਠੀਕ ਨਹੀਂ ਆ ਅਤੇ ਮੈਂ ਰੈਲੀ ਕਰਤੀ ਆ ਕੈਂਸਲ, ਅਤੇ ਮੈਂ ਚੱਲਿਆ ਹੁਣ ਮੀਟਿੰਗ ਕਰਨ। ਅਤੇ ਪਤਾ ਨਹੀਂ ਕਿਹੜੇ ਵੇਲੇ ਸੁਪਨਾ ਪ੍ਰਧਾਨ ਮੰਤਰੀ ਜੀ ਨੂੰ ਰਾਤੀ 12 ਵਜੇ ਆ ਜਾਂਦਾ, ਉਹ ਕੀ ਕਹਿੰਦੇ ਆ। ਲੇਕਿਨ ਕਨਫਿਊਜ਼ ਦੇਸ਼ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਕੋਈ ਵੀ ਸਟੇਟ ਹੋਵੇ, ਕਿਸੇ ਵੀ ਸਟੇਟ ਦੇ ਅੰਦਰ, ਚਾਹੇ ਉੱਥੇ ਆਕਸੀਜਨ ਦੀ ਘਾਟ ਹੈ, ਚਾਹੇ ਮੈਡੀਸਨ ਦੀ ਘਾਟ ਹੈ, ਚਾਹੇ ਵੈਕਸੀਨ ਦੀ ਘਾਟ ਹੈ, ਉੱਥੇ ਫੌਰੀ ਤੌਰ 'ਤੇ ਪੂਰੀ ਕਰਨੀ ਚਾਹੀਦੀ ਹੈ। ਔਰ ਇਹਨਾਂ ਚੀਜ਼ਾਂ ਨੂੰ ਸਾਨੂੰ ਸਾਰਿਆਂ ਨੂੰ ਕੋਆਰਡੀਨੇਸ਼ਨ ਦੀ ਜਿੱਥੇ ਕਮੀ ਹੈ, ਸਾਨੂੰ ਉਹ ਕੋਆਰਡੀਨੇਸ਼ਨ ਆਪਣੀ ਕੰਪਲੀਟ ਕਰਨੀ ਚਾਹੀਦੀ ਹੈ। ਜਿੱਥੇ ਜ਼ਰੂਰਤ ਸਟੇਟ ਗਵਰਨਮੈਂਟ ਦੀ ਹੈ, ਸਟੇਟ ਗਵਰਨਮੈਂਟ ਆਪਣੀ ਡਿਊਟੀ ਨਿਭਾਏ, ਸੈਂਟਰ ਗਵਰਨਮੈਂਟ ਆਪਣੀ ਡਿਊਟੀ ਨਿਭਾਏ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਕਮੀ ਸੀ ਉਹ ਸਾਨੂੰ ਖਲ ਰਹੀ ਹੈ। ਜੀ ਸਰਬਜੀਤ ਕੌਰ ਮਾਣੂਕੇ ਸਾਹਿਬ ਸਾਡੇ ਨਾਲ ਨੇ, ਡਿਪਟੀ ਓਪੋਜੀਸ਼ਨ ਲੀਡਰ ਨੇ। ਮਾਣੂਕੇ ਸਾਹਿਬ, ਗੱਲ ਕਰਦੇ ਹਾਂ ਸਰਕਾਰ ਦੀ। ਸਿਆਸਤ ਤੋਂ ਪਰੇ ਹੋ ਕੇ ਜੇਕਰ ਗੱਲ ਕੀਤੀ ਜਾਵੇ, ਸਿਆਸਤ ਤੋਂ ਪਰੇ ਹੋ ਕੇ ਕਰੋਨਾ ਦੀ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ? ਦੇਖੋ ਜੀ, ਮੇਰੇ ਸਾਥੀ ਵੇਰਕਾ ਸਾਹਿਬ ਬਹੁਤ ਸੂਝਵਾਨ ਹੈ। ਇਹਨਾਂ ਨੇ ਪਹਿਲਾਂ ਦੱਸਿਆ ਵੀ ਕੇਂਦਰ ਸਰਕਾਰ ਨੇ ਕਿਸ ਤਰ੍ਹਾਂ ਸਾਨੂੰ ਸਮੇਂ-ਸਮੇਂ 'ਤੇ ਪੰਜਾਬ ਨੂੰ ਅਤੇ ਬਾਕੀ ਸਟੇਟਸ ਨੂੰ ਧੋਖਾ ਦਿੱਤਾ। ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ PM ਕੇਅਰ ਫੰਡ ਦੇ ਵਿੱਚੋਂ 50,000 ਵੈਂਟੀਲੇਟਰ ਇਹਨਾਂ ਨੇ ਖਰੀਦਣੇ ਸੀ, ਜਿਹਦੀ ਕੈਗ ਨੇ ਵੀ ਰਿਪੋਰਟ ਦਿੱਤੀ ਹੈ ਵੀ ਅਜੇ ਤੱਕ ਇਹਨਾਂ ਨੇ ਕੋਈ ਉਹਦਾ PM ਕੇਅਰ ਫੰਡ ਦਾ ਕੁਝ ਦੱਸਿਆ ਹੀ ਨਹੀਂ। ਹੁਣ ਦੇਖੋ, ਅੱਜ ਅੰਮ੍ਰਿਤਸਰ ਦੇ ਵਿੱਚ 6 ਬੰਦਿਆਂ ਦੀ ਮੌਤ ਹੋਈ ਆ। ਆਪਾਂ ਇਸ ਚੈਨਲ ਦੇ ਰਾਹੀਂ ਵੀ ਕਹਿ ਸਕਦੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ ਅਤੇ ਸ਼ਰਧਾ ਸੁਮਨ ਦੇ ਫੁੱਲ ਭੇਟ ਕਰਦੀ ਹਾਂ। ਅਤੇ ਦੂਸਰੀ ਗੱਲ, ਸੋਚਣ ਵਾਲੀ ਗੱਲ ਇਹ ਹੈ ਕਿ ਆਕਸੀਜਨ ਅਤੇ ਵੈਂਟੀਲੇਟਰ ਸਾਡੀ ਮੁੱਢਲੀ ਸਹੂਲਤ ਹੈ ਕਿ ਅਸੀਂ ਇੰਨੇ ਸਾਲ ਆਜ਼ਾਦੀ ਤੋਂ ਬਾਅਦ ਵੀ ਸੈਂਟਰ ਵੱਲੋਂ ਜਾਂ ਸਟੇਟ ਵੱਲੋਂ ਸਮੇਂ-ਸਮੇਂ 'ਤੇ ਐਫਰਟ ਨਹੀਂ ਕਰ ਪਾਏ। ਅੱਜ ਆਕਸੀਜਨ ਦੇ ਨਾਲ ਜਿਹੜੇ ਬੰਦੇ ਮਰੇ ਆ, ਉਹ ਤਾਂ ਮੈਂ ਕਹਿੰਦੀ ਹਾਂ ਖਤਮ ਹੋ ਗਏ, ਪਰਿਵਾਰ ਇੱਕ ਸਾਈਡ 'ਤੇ ਹੋ ਗਏ, ਸਾਡਾ ਬੰਦਾ ਮਰ ਗਿਆ। ਪਰ ਮੇਰੇ ਖਿਆਲ 'ਚ ਅੱਜ ਪੂਰੇ ਪੰਜਾਬ ਦੇ ਵਿੱਚ ਕਿੰਨੇ ਹੀ ਐਸੇ ਪੇਸ਼ੈਂਟ ਹੋਣਗੇ, ਲੱਖਾਂ ਦੀ ਗਿਣਤੀ 'ਚ ਮੈਂ ਕਹੂੰਗੀ, ਜਿਨ੍ਹਾਂ ਨੂੰ ਇੱਕੋ ਹੀ ਡਰ ਹੋਏਗਾ ਕਿ ਜੇ ਕਿਤੇ ਸਾਨੂੰ ਕੁਝ ਹੋ ਗਿਆ ਤੇ ਸਾਨੂੰ ਆਕਸੀਜਨ ਨਹੀਂ ਮਿਲਣੀ। ਇਹ ਜਿਹੜਾ ਕਰੋਨਾ ਹੈ, ਕਰੋਨਾ ਮਹਾਮਾਰੀ ਹੈ, ਜਿਹਦੇ ਲਈ ਵਾਕਈ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਹੱਥ ਜੋੜ ਕੇ ਗੱਲ ਕਰਨੀ ਪੈਣੀ ਹੈ। ਪਰ ਆਪਾਂ ਜੇ ਕਹੀਏ ਵੀ ਕਰੋਨਾ ਦੀ ਆੜ ਦੇ ਵਿੱਚ ਇਹ ਪਿਛਲੇ ਸਾਲ ਜਦੋਂ ਮਾਰਚ 'ਚ ਆਇਆ ਸੀ ਤੇ ਸਾਨੂੰ ਪਤਾ ਸੀ ਵੀ ਅਚਾਨਕ ਹੋਇਆ ਅਟੈਕ ਆ,
ਹੁਣ ਜਿਹੜੇ ਇਹ ਆਈ ਆ, ਇਹ ਮਹਾਮਾਰੀ ਆਈ ਆ, ਇਹਦੇ ਵਿੱਚ ਸਾਨੂੰ 1 ਸਾਲ ਮਿਲਿਆ। ਆਪਾਂ ਸਮੇਂ-ਸਮੇਂ ਤੇ ਜਿਹੜੇ ਜਿੱਥੇ ਵੈਂਟੀਲੇਟਰ ਪਹੁੰਚਾਉਣੇ ਸੀ ਜਾਂ ਆਕਸੀਜਨ ਪਹੁੰਚਾਉਣੇ ਸੀ, ਕਰੋਨਾ ਕਰਕੇ ਨਹੀਂ, ਇਹ ਤਾਂ ਨਾਰਮਲ ਜ਼ਰੂਰਤ ਵੀ ਹੈ ਸਾਡੀ ਹਸਪੀਟਲ ਦੇ ਵਿੱਚ, ਅਸੀਂ ਉੱਥੋਂ ਵੀ ਫੇਲ ਹੋਏ ਆ। ਤੇ ਦੂਸਰੀ ਗੱਲ, ਜਿਸ ਤਰ੍ਹਾਂ ਦਾ ਇੱਕ ਪਾਸੇ ਤਾਂ ਸਾਡੀ ਸਰਕਾਰ ਕਹਿ ਰਹੀ ਹੈ ਵੀ ਸਾਡੇ ਕੋਲ ਆਕਸੀਜਨ ਸਿਲੰਡਰ ਹੈ ਨਹੀਂ, ਦੋਨੇ। ਦੂਜੇ ਪਾਸੇ ਜਦੋਂ ਇੱਕ ਨਾਰਮਲ ਪਰਸਨ ਲਾਈਵ ਹੋ ਕੇ ਕਹਿ ਦਿੰਦਾ ਜਿਹਨੂੰ ਜਿੰਨੇ ਆਕਸੀਜਨ ਸਿਲੰਡਰ ਚਾਹੀਦੇ ਆ ਮੇਰੇ ਤੋਂ ਮੰਗਾਓ, ਇੱਕ ਪ੍ਰਸ਼ਨ ਚਿੰਨ੍ਹ ਲੋਕਾਂ ਦੇ ਆਪਣੇ ਕੰਮ ਕਰਨ ਦੇ ਸਿਸਟਮ ਦੇ ਵਿੱਚ ਵੀ ਇੱਕ ਆਮ ਬੰਦਾ, ਇੱਕ ਨਾਰਮਲ ਬੰਦਾ ਤੁਹਾਨੂੰ ਕਹਿ ਰਿਹਾ ਵੀ ਮੈਂ ਤੁਹਾਨੂੰ ਸਿਲੰਡਰ ਪ੍ਰੋਵਾਈਡ ਕਰਦਾ, ਦੱਸੋ ਕਿੱਥੇ ਆ। ਹੁਣ ਜਿਹੜਾ ਬੰਦਾ ਗਰੀਬ ਹੈ, ਜਿਹੜਾ ਬੰਦਾ ਨਹੀਂ ਅਪਰੋਚ ਕਰ ਪਤਾ, ਜਦੋਂ ਇੱਕ ਪੇਸ਼ੈਂਟ ਹਸਪੀਟਲ ਦੇ ਵਿੱਚ ਚਲਿਆ ਗਿਆ, ਉਹਦਾ ਆਪਣੇ ਪੈਰੈਂਟਸ ਦੇ ਨਾਲੋਂ, ਉਹਦਾ ਆਪਣੇ ਸਕੇ ਸੰਬੰਧੀਆਂ ਨਾਲੋਂ ਨਾਤਾ ਟੁੱਟ ਜਾਂਦਾ। ਅਸੀਂ ਸਮੇਂ-ਸਮੇਂ ਤੇ, ਮੈਂ ਵੀ, ਮੇਰੇ ਸਾਥੀ ਵੇਰਕਾ ਸਾਹਿਬ ਵੀ ਜਾਂਦੇ ਰਹਿੰਦੇ ਆ ਲੋਕਾਂ 'ਚ, ਇੱਕੋ ਹੀ ਦੁੱਖ ਹੁੰਦਾ ਸਭ ਦੇ ਮਨਾਂ ਦੇ ਵਿੱਚ ਬਈ ਅਖੀਰਲੇ ਸਮੇਂ ਸਾਡੇ ਮਾਂ ਨੇ, ਸਾਡੇ ਪਿਓ ਨੇ, ਸਾਡੇ ਭਰਾ ਨੇ ਪਾਣੀ ਮੰਗਿਆ ਜਾਂ ਨਹੀਂ, ਚੀਕ ਮਾਰੀ ਜਾਂ ਨਹੀਂ, ਸਾਨੂੰ ਤਾਂ ਉਹ ਵੀ ਨਹੀਂ ਪਤਾ ਕਿ ਅਸੀਂ ਕੋਈ ਐਦਾਂ ਦਾ ਸਿਸਟਮ ਸੈਟਅਪ ਨਹੀਂ ਕਰ ਸਕਦੇ ਜਿੱਥੇ ਕਰੋਨਾ ਦਾ ਪੇਸ਼ੈਂਟ ਅੰਦਰ ਪਿਆ, ਉਹਦੇ ਜਿਹੜੇ ਰਿਲੇਟਿਵਸ ਆ ਅੱਧੀ ਰਾਤ ਨੂੰ ਵੀ ਚਾਹਣ ਕੈਮਰੇ ਤੇ ਦੇਖ ਸਕਣ ਵੀ ਸਾਡਾ ਬੰਦਾ ਆਰਾਮ ਨਾਲ ਸੁੱਤਾ ਪਿਆ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ। ਜੀ ਸਰ, ਜੀ ਇਹੀ ਜੋ ਸਵਾਲ, ਜਿਹੜੀਆਂ ਗੱਲਾਂ ਤੁਸੀਂ ਵੇਰਕਾ ਸਾਹਿਬ ਨੂੰ ਕਹਿ ਰਹੇ ਹੋ ਕਿ ਸਰਕਾਰ ਇਦਾਂ ਕਰੇ, ਪੰਜਾਬ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇੰਨੀਆਂ ਮੌਤਾਂ ਹੋ ਗਈਆਂ, ਸਰਕਾਰ ਇੱਥੇ ਖੜੀ ਆ, ਆਕਸੀਜਨ ਹੈ ਨਹੀਂ, ਇਹੀ ਜਿਹੜੀਆਂ ਸਲਾਹਾਂ ਤੁਸੀਂ ਸਰਕਾਰ ਨੂੰ ਦੇ ਰਹੇ ਹੋ, ਇਹ ਦਿੱਲੀ ਦੇ ਵਿੱਚ ਜਾ ਕੇ ਕੇਜਰੀਵਾਲ ਸਾਹਿਬ ਨੂੰ ਦਿੱਤੀਆਂ ਸੀਗੀਆਂ? ਦੇਖੋ ਜੀ, ਪੰਜਾਬ 'ਚ ਜੰਮੀ ਹੈ, ਦਿੱਲੀ ਦੇ ਹਾਲਾਤ ਤੁਸੀਂ ਦੇਖੇ, ਐਮਐਲਏ ਆ ਦਿੱਲੀ, ਇੱਕ ਮਿੰਟ ਮੇਰੀ ਗੱਲ ਸੁਣੋ, ਪੰਜਾਬ ਦੀ ਐਮਐਲਏ ਆ, ਪੰਜਾਬ 'ਚ ਜੰਮੀ ਹੈ, ਪੰਜਾਬ 'ਚ ਮੇਰੀ ਮਿੱਟੀ ਆ ਤੇ ਪੰਜਾਬ 'ਚ ਮੇਰੇ ਰਿਸ਼ਤੇਦਾਰ। ਪਰ ਤੁਸੀਂ ਦਿੱਲੀ ਦੇ ਰੋਲ ਮਾਡਲ ਦੀ ਗੱਲ ਕਰਦੇ ਹੋ। ਨਹੀਂ, ਮੈਂ ਰੋਲ ਮਾਡਲ ਦੀ ਬਿਲਕੁਲ ਨਹੀਂ ਗੱਲ ਕੀਤੀ। ਆਮ ਆਦਮੀ ਪਾਰਟੀ ਰੋਲ ਮਾਡਲ ਦੀ ਗੱਲ ਕਰਦੀ ਹੈ। ਮੈਨੂੰ ਇੱਕ ਗੱਲ ਦੱਸੋ, ਮੈਂ ਤੁਹਾਡੇ ਇੰਨੀਆਂ ਗੱਲਾਂ ਦੇ ਵਿੱਚ ਇੱਕ ਵਾਰ ਵੀ ਰੋਲ ਮਾਡਲ ਕਿਹਾ? ਨਹੀਂ, ਤੁਸੀਂ ਨਹੀਂ ਕਿਹਾ। ਇੱਕ ਮਿੰਟ ਮੈਨੂੰ ਇਹ ਦੱਸੋ, ਪਰ ਆਮ ਆਦਮੀ ਪਾਰਟੀ ਕਰਦੀ ਹੈ, ਦਿੱਲੀ ਦਾ ਰੋਲ ਮਾਡਲ ਅਸੀਂ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ। ਇੱਕ ਮਿੰਟ ਮੇਰੀ ਗੱਲ ਸੁਣੋ ਜੀ। ਤੁਸੀਂ ਇੰਨੀ ਡਿਬੇਟ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਵੀ ਕਿਹਾ ਦਿੱਲੀ ਦਾ ਰੋਲ ਮਾਡਲ ਅਡਾਪਟ ਕਰੋ? ਮੈਂ ਤੁਹਾਨੂੰ ਇੱਕ ਵਾਰ ਵੀ ਕਿਹਾ? ਜੇ ਮੈਂ ਆਪਣੀ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਲਈ ਫਿਕਰਮੰਦ ਹੈ ਤੇ ਮੈਂ ਇਹ ਕਹਿੰਨੀ ਆ ਵੀ ਮੇਰੇ ਲੋਕ ਇਸ ਕਰਕੇ ਕਹਿ ਰਹੇ ਆ, ਸਾਨੂੰ ਇਹ ਕਰਨਾ ਚਾਹੀਦਾ ਕਿ ਮੈਂ ਇਹ ਕਹਿਣਾ ਵੀ ਦਿੱਲੀ ਦੇ ਵਿੱਚ ਪਾਪੂਲੇਸ਼ਨ ਓਵਰ ਕਰਾਊਡਡ ਹੋਣ ਕਰਕੇ ਮਰ ਰਹੇ ਆ, ਪੰਜਾਬ ਦੇ ਲੋਕਾਂ ਮਰਨ ਦਿਓ। ਮੈਂ ਕਿਉਂ ਕਹਾਂ? ਕਿਉਂਕਿ ਮੈਂ ਪੰਜਾਬ ਦੀ ਮਿੱਟੀ ਦਾ ਕਰਜ਼ ਦੇਣਾ। ਦੂਸਰੀ ਗੱਲ, ਦਿੱਲੀ ਸਾਡੀ ਸਰਕਾਰ ਹੈ, ਦਿੱਲੀ ਦੇ ਵਿੱਚ ਸਾਰੀਆਂ ਪਾਵਰਸ ਤੁਹਾਨੂੰ ਵੀ ਪਤਾ ਐਲਜੀ ਹੱਥਾਂ, ਪੈਸਾ 1 ਰੁਪਈਆ ਇੱਕ ਅੱਜ ਕੋਈ ਵੀ ਚੀਜ਼ ਖਰਚ ਨਹੀਂ ਹੋਵੇ ਉੱਥੇ ਨਹੀਂ ਖਰਚੀ ਜਾ ਸਕਦੀ। ਅੱਜ ਕਰੋਨਾ ਦੀ ਮਹਾਮਾਰੀ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਇੱਕ ਗੱਲ ਕਹੀ ਸੀ ਵੀ ਆਪਾਂ ਇੱਥੇ ਬੈਠ ਕੇ ਉਹ ਡਿਬੇਟ ਨਹੀਂ ਕਰਨੀ ਜਿਹੜੀ ਆਪਾਂ ਇੱਕ ਦੂਜੇ ਤੇ ਦੋਸ਼ ਲਾਉਣਾ ਹੋਵੇ, ਤੇ ਫਿਰ ਤੁਸੀਂ ਦਿੱਲੀ ਵੱਲ ਕਿਉਂ ਤੁਰੇ? ਇੱਕ ਮਿੰਟ ਮੇਰੀ ਗੱਲ ਸੁਣੋ, ਤੁਸੀਂ ਕਿਉਂ ਤੁਰੇ? ਤੁਸੀਂ ਮੇਰੇ ਤੋਂ, ਮੈਂ ਤੁਹਾਨੂੰ ਸਿੱਧਾ ਜਵਾਬ ਦੇ ਰਹੀ ਹਾਂ ਵੀ ਆਪਾਂ ਨੂੰ ਇਸ ਪਾਸੇ ਵੱਲ ਨੂੰ ਵਧਣਾ ਚਾਹੀਦਾ। 22 ਜ਼ਿਲ੍ਹਿਆਂ 'ਚ 22 ਸੀ ਹਸਪੀਟਲ ਆਪਣੇ ਜਿਹੜੇ ਪੂਰੇ ਡਿਸਟ੍ਰਿਕਟ ਨੂੰ ਡੀਲ ਕਰਦੇ ਆ, ਉਹਦੇ ਵਿੱਚ ਆਪਾਂ ਨੂੰ ਤਾਂ ਮਿਲ ਜਾਂਦੇ ਆ, ਆਪਾਂ ਉਹ ਵੀ ਨਾ ਕਰੀਏ। ਜੇ ਮੈਂ ਤੁਹਾਨੂੰ ਇਹ ਕਹਿ ਜਾਂ ਬਈ ਸੌਰੀ ਜੀ ਇੱਥੇ ਤਾਂ 60 ਮੌਤਾਂ ਹੀ ਹੋਈਆਂ, ਦਿੱਲੀ 'ਚ 284 ਮੌਤਾਂ ਹੋ ਗਈਆਂ, ਇਸ ਕਰਕੇ ਮੈਂ ਦਿੱਲੀ ਕਰਕੇ ਮਾਫੀ ਮੰਗਦੀ ਹਾਂ, ਪੰਜਾਬੀਓ ਤੁਸੀਂ ਭੁੱਲ ਜਾਓ ਤੁਹਾਡੇ ਕੋਈ ਮਰਿਆ। ਮੈਂ ਪੰਜਾਬ ਦੀ ਐਮਐਲਏ ਆ, ਮੈਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ, ਮੈਂ ਪੰਜਾਬ ਦੀ ਮਿੱਟੀ ਦਾ ਕਰਜ਼ ਦੇਣਾ। ਮੈਂ ਦਿੱਲੀ ਦੇ ਵਿੱਚ ਜੋ ਹੋ ਰਿਹਾ ਉਹ ਤੁਹਾਨੂੰ ਵੀ ਪਤਾ, ਪਾਵਰ ਸਮੇਂ-ਸਮੇਂ ਤੇ ਖਿੱਚੀਆਂ। ਇੱਕ ਮਿੰਟ, ਪਾਵਰ ਨਾ ਵੇਰਕਾ ਸਾਹਿਬ ਇੱਥੇ ਬੈਠੇ ਆ, ਇਹ ਵੀ ਪੰਜਾਬ ਦੇ ਪੁੱਤ ਆ ਪਹਿਲਾਂ, ਤੁਸੀਂ ਵੀ ਪੰਜਾਬ ਦੇ ਪੁੱਤ ਤੋਂ ਪਹਿਲਾਂ। ਜਿੱਥੇ ਪੰਜਾਬ ਦੀ ਗੱਲ ਹੋਏਗੀ ਉੱਥੇ ਪੰਜਾਬੀਆਂ ਨਾਲ ਖੜਨ ਦੀ ਜ਼ਰੂਰਤ ਹੈ। ਜੀ ਜੇਕਰ ਆਪਾਂ ਸਕੂਲਾਂ ਦੀ ਗੱਲ ਕਰਦੇ ਹਾਂ, ਉਹ ਤਾਂ ਰੋਲ ਮਾਡਲ ਪਹਿਲੀਆਂ 'ਚ ਆਉਂਦਾ ਹੈ ਕਿ ਦਿੱਲੀ ਦਾ ਰੋਲ ਮਾਡਲ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਕੀਤਾ ਹੈ ਜੀ। ਦਿੱਲੀ ਦੇ ਪੰਜਾਬ ਦੇ ਜਿਹੜੇ ਸਕੂਲ ਨੇ ਉਹਨਾਂ ਦੀ ਖਸਤਾ ਹਾਲਤ ਹੈ, ਸਰਕਾਰ ਪੈਟਰੋਲ ਡੀਜ਼ਲ ਤੇ ਵੈਟ ਨਹੀਂ ਦੇ ਰਹੀ ਹੈਗੀ, ਉਹ ਤੁਸੀਂ ਦਿੱਲੀ ਦਾ ਮਾਡਲ ਇੱਥੇ ਲੈ ਕੇ ਆ ਸਕਦੇ ਹੋ। ਜੇਕਰ ਅਸੀਂ ਕਰੋਨਾ ਦੀ ਗੱਲ ਕਰਦੇ ਹਾਂ ਵੀ ਇਹ ਹਾਲਾਤ ਨੇ ਉੱਥੇ ਵੀ, ਤੇ ਉਹ ਆਪਾਂ ਇੱਥੇ ਗੱਲ ਨਹੀਂ ਕਰ ਸਕਦੇ? ਚਲੋ ਆਪਾਂ ਗੱਲ ਕਰਦੇ ਹਾਂ। ਹਾਂਜੀ, ਦਿੱਲੀ ਦੇ ਵਿੱਚ ਕਿੰਨੇ ਸਰਕਾਰੀ ਸਕੂਲਾਂ 'ਚ ਸਵਿਮਿੰਗ ਪੂਲ ਹੈ ਦੱਸੋ? ਜੇ ਅਸੀਂ ਕਹਿ ਦਈਏ ਵੀ ਦਿੱਲੀ ਦੇ ਵਿੱਚ ਸਵਿਮਿੰਗ ਪੂਲ ਸਰਕਾਰੀ ਸਕੂਲਾਂ 'ਚ ਬਣ ਚੁੱਕੇ ਆ, ਆਪਾਂ ਬਣਾਈਏ ਤੇ ਕਿਉਂ ਮਾੜੀ ਗੱਲ ਹੈ? ਦੂਜੀ ਗੱਲ, ਜੇ ਆਪਾਂ ਕਹਿ ਦਈਏ ਉੱਥੇ ਛੋਟੇ ਮੁਹੱਲਾ ਕਲੀਨਿਕ ਖੁੱਲੇ ਜਿੱਥੇ ਫਸਟ ਏਡ ਦਿੱਤੀ ਜਾ ਸਕਦੀ ਹੈ, ਕੀ ਇਹ ਮਾੜੀ ਗੱਲ ਹੈ? ਤੀਜੀ ਗੱਲ, ਜੇ ਆਪਾਂ ਕਹਿ ਦਈਏ ਠੀਕ ਹੈ
ਸਰਕਾਰਾਂ ਦੀ ਗੱਲ ਨਾ ਕਰੋ ਇਸ ਟਾਈਮ। ਤੁਸੀਂ ਮੈਨੂੰ ਖੁਦ ਹੀ ਕਿਹਾ ਸੀ ਜਿਹੜੀ ਗੱਲ ਜਿੱਥੇ ਚੰਗੀ ਹੋਏਗੀ ਉੱਥੇ ਕਰਾਂਗੇ, ਠੀਕ ਹੈ। ਸਕੂਲਾਂ ਦੀ ਗੱਲ ਕਰਦੇ ਆ, ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਆ। ਅੱਜ ਸਾਰੇ ਪੈਰੈਂਟਸ ਦੇ ਦਿਮਾਗ 'ਚ ਇੱਕੋ ਹੀ ਗੱਲ ਹੈ ਵੀ ਸਾਡਾ ਬੱਚਾ ਸਕੂਲ ਕਿਉਂ ਨਹੀਂ। ਚਲੋ 5ਵੀਂ ਵਾਲਾ 6ਵੀਂ 'ਚ ਹੋ ਗਿਆ, 6ਵੀਂ ਵਾਲਾ 7ਵੀਂ 'ਚ ਹੋ ਗਿਆ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ, ਜਿਹਨੂੰ ਖੁਦ ਬੇਰਕਾ ਸਾਹਿਬ ਸਮਝਣਗੇ, ਸਭ ਤੋਂ ਵੱਡੀ ਪ੍ਰੋਬਲਮ ਤੇ ਪਹਿਲੀ ਪ੍ਰੋਬਲਮ ਜਿਹੜੀ ਆ ਰਹੀ ਹੈ, ਜਿਹੜੇ ਬੱਚੇ +2 'ਚ ਹੈ ਜਾਂ ਜਿਹੜੇ ਫਾਈਨਲ ਈਅਰ 'ਚ ਆ। ਮੈਂ ਖੁਦ ਇੱਕ ਬੱਚੇ ਦੀ ਮਦਰ ਹਾਂ। +2 ਵਾਲੇ ਬੱਚੇ ਨੂੰ ਇਹ ਨਹੀਂ ਪਤਾ ਵੀ ਮੈਂ ਪਾਸ ਹੋਣਾ ਜਾਂ ਮੈਨੂੰ ਪ੍ਰਮੋਟ ਕਰਨਾ। ਉਸ ਤੋਂ ਬਾਅਦ ਉਹਨੇ ਆਪਣੀ ਜ਼ਿੰਦਗੀ ਦਾ ਰਸਤਾ ਦੇਖਣਾ। ਉਹਨੇ ਉਸ ਤੋਂ ਬਾਅਦ ਦੇਖਣਾ ਵੀ ਮੈਂ ਕਿਹੜੇ ਕੰਪੀਟੀਸ਼ਨ 'ਚ ਜਾਣਾ, ਕਿਹੜੀ ਮੈਂ ਲਾਈਨ ਅਡਾਪਟ ਕਰਨੀ ਹੈ। ਅਜੇ ਉਹ ਟੈਸਟ ਦੀਆਂ ਡੇਟਸ ਤਾਂ ਆ ਚੁੱਕੀਆਂ, ਪਰ ਬੱਚੇ ਨੂੰ ਆਪਣੀ +2 ਦਾ ਨਹੀਂ ਪਤਾ। ਕਿ ਮੈਨੂੰ ਹੁਣ ਇਹ ਦੱਸੋ, ਆਪਾਂ ਇਸ ਚੀਜ਼ ਦੇ ਲਈ ਆਪਾਂ ਨੂੰ ਕੰਬਾਈਨ ਇੱਕ ਐਫਰਟ ਨਹੀਂ ਕਰਨਾ ਚਾਹੀਦਾ ਬਈ ਉਹਨਾਂ ਬੱਚਿਆਂ ਦੇ ਲਈ ਜਿਹੜੇ ਗ੍ਰੈਜੂਏਸ਼ਨ ਫਾਈਨਲ 'ਚ ਆ, ਉਹਨਾਂ ਨੇ IPS IAS ਦੇ ਟੈਸਟ ਕਲੀਅਰ ਕਰਨੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਦੇਈਏ। ਅੱਜ ਪੈਰੈਂਟਸ ਦੇ ਦਿਮਾਗ 'ਚ ਇੱਕੋ ਹੀ ਗੱਲ ਹੈ, ਜਿਹੜਾ ਸਮੇਂ ਤੇ ਆ ਕੇ ਐਂਡ ਮੋਮੈਂਟ ਤੇ ਲਾਸਟ ਈਅਰ ਹੋਣਾ ਕੀ ਚਾਹੀਦਾ ਸੀ। ਮੈਂ ਇੱਕ ਐਜੂਕੇਸ਼ਨ ਡਿਪਾਰਟਮੈਂਟ ਨਾਲ ਵੀ ਸੰਬੰਧਤ ਹਾਂ ਜੀ। ਹੋਣਾ ਇਹ ਚਾਹੀਦਾ ਸੀ, ਲਾਸਟ ਈਅਰ ਬੱਚਿਆਂ ਨੇ ਬੁੱਕਸ ਨਹੀਂ ਯੂਜ਼ ਕੀਤੀਆਂ, ਬਿਲਕੁਲ ਨਹੀਂ ਬੁੱਕਸ ਯੂਜ਼ ਕੀਤੀਆਂ। ਪੈਰੈਂਟਸ ਵੀ ਕਿਤਾਬਾਂ ਖਰੀਦ ਕੇ ਬੈਠ ਗਏ। ਪੈਰੈਂਟਸ ਨੂੰ ਲੱਗਿਆ ਬਈ ਬੁੱਕਸ ਖਰੀਦ ਲਈਆਂ, ਇਸ ਵਾਰ ਅਸੀਂ ਬੁੱਕਸ 'ਚ ਕੋਈ ਚੇਂਜ ਨਾ ਕਰਦੇ ਤੇ ਸਕੂਲਾਂ ਨੂੰ ਇੱਕ ਸਰਕੂਲਰ ਜਾਰੀ ਕਰ ਦਿੰਦੇ ਬਈ ਪਿਛਲੇ ਸਾਲ ਵਾਲਾ ਬੱਚਾ ਅਗਲੇ ਸਾਲ ਨੂੰ ਕਿਤਾਬਾਂ ਦੇ ਦੇਵੇ, ਤਾਂ ਕਿ ਇੱਕ ਪਾਰਟ ਆਫ % ਬਚੇ। ਹੁਣ ਪੈਰੈਂਟਸ ਨੂੰ ਸਮਝ ਨਹੀਂ ਆ ਰਿਹਾ ਬਈ ਜਿਹੜੀਆਂ ਆਲ ਆਫ ਸਡਨ ਅਪ੍ਰੈਲ ਦੇ ਵਿੱਚ ਆ ਕੇ ਬੁੱਕਸ ਦਾ ਸੈੱਟ ਚੇਂਜ ਹੋ ਗਿਆ, ਸਕੂਲ ਅਜੇ ਲੱਗੇ ਨਹੀਂ, ਆਨਲਾਈਨ ਅਜੇ ਸਟੱਡੀ ਸਟਾਰਟ ਨਹੀਂ ਹੋਈ। ਸਾਡਾ ਸਭ ਤੋਂ ਵੱਡਾ ਐਜੂਕੇਸ਼ਨਿਸਟ ਵਰਗ, ਚਾਹੇ ਉਹ ਅਧਿਆਪਕ ਹੋਵੇ ਚਾਹੇ ਉਹ ਬੱਚਾ ਹੋਵੇ, ਅੱਜ ਦੁਵਿਧਾ ਦੇ ਵਿੱਚ ਹੈ। ਕਰੋਨਾ ਦੀ ਮਹਾਮਾਰੀ ਦੇ ਵਿੱਚ ਪੈਰੈਂਟਸ ਦਾ ਪ੍ਰਾਈਵੇਟ, ਸਾਡੇ ਬੱਚੇ ਜ਼ਿਆਦਾ ਪ੍ਰਾਈਵੇਟ ਸੈਕਟਰ ਜਾਣਾ ਪਸੰਦ ਕਰਦੇ ਆ, ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਜੇ ਸਾਡਾ ਸਰਕਾਰੀ ਸਿਸਟਮ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਬਣਿਆ। ਕਿਸੇ ਨਾ ਕਿਸੇ ਤਰ੍ਹਾਂ ਦਾ ਉਹ ਅਜੇ ਮੈਕਸਿਮਮ ਪੈਰੈਂਟਸ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਾ ਰਹੇ ਆ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਉਹਨਾਂ ਨੇ ਸਾਰਾ ਸਾਲ ਬੱਚਾ ਸਕੂਲ 'ਚ ਨਹੀਂ ਆਇਆ ਜੀ, ਐਂਡ ਤੇ ਆ ਕੇ ਕਹਤਾ ਦੇ ਦਿਓ ਜੀ 40,000 ਦੇ ਦਿਓ ਜੀ 45,000, ਤੁਹਾਡੇ ਬੱਚੇ ਨੂੰ ਅਸੀਂ ਨੈਕਸਟ ਕਲਾਸ 'ਚ ਕਰਨਾ, ਪ੍ਰਮੋਟ ਕਰਨਾ। ਹੈਲਪਲੈਸ ਆ ਪ੍ਰਾਈਵੇਟ ਸਕੂਲ। ਕਿਉਂ ਹੈਲਪਲੈਸ ਆ? ਕਿਉਂਕਿ ਉਹਨਾਂ ਦੇ ਦੇਖੋ, ਉਹਨਾਂ ਦੇ ਫਿਕਸ ਚਾਰजेस ਆ, ਉਹਨਾਂ ਦੇ ਬਿਜਲੀ ਦੇ ਚਾਰजेस ਆ, ਉਹਨਾਂ ਦੇ ਪੀਐਨ ਦੇ ਚਾਰजेस ਆ, ਉਹਨਾਂ ਦੇ ਸਾਰੇ ਚਾਰजेस ਫਿਕਸਡ ਹੈ। ਹੋਣਾ ਕੀ ਚਾਹੀਦਾ ਸੀ, ਆਡਿਟ ਕਰਾ ਲੈਂਦੇ ਆਪਾਂ। ਆਡਿਟ ਕਰਾ ਕੇ ਜਿਹੜੇ ਸਕੂਲ ਵੈਲ ਸੈਟਲਡ ਆ, ਜਿਹੜੇ ਸਕੂਲ ਸਾਡੇ ਅੱਛੇ ਆ, ਹੈਂਡਲ ਕਰ ਸਕਦੇ ਆ, ਉਹਨਾਂ ਨੂੰ ਕਹਿ ਦਿੰਦੇ ਵੀ ਭਾਈ ਤੁਸੀਂ 1 ਸਾਲ ਤੱਕ ਹੈਂਡਲ ਕਰ ਸਕਦੇ ਹੋ, ਯੂ ਸ਼ੁਡ ਟੇਕ। ਬਟ ਜਿਹੜੇ ਨਹੀਂ ਕਰ ਸਕਦੇ, ਉਹਨਾਂ ਨੂੰ ਜਿਹੜਾ ਸਾਡਾ ਸਿਕਿਉਰਿਟੀ ਫੰਡ ਆਇਆ, ਉਹਦੇ ਚੋਂ ਅਸੀਂ ਕੁਝ ਰਿਲੀਜ਼ ਕਰ ਦਿੰਦੇ। ਕਿਤੇ ਨਾ ਕਿਤੇ ਦੇਖੋ, ਕਿਤੇ ਨਾ ਕਿਤੇ ਸਾਨੂੰ ਇਹ ਕੰਬਾਈਨ ਜਿਹੜੀ ਕਰੋਨਾ ਮਹਾਮਾਰੀ ਹੈ, ਇੱਕ ਕੰਬਾਈਨਡ ਐਸੀ ਚੀਜ਼ ਹੈ ਜਿਹੜੀ ਅਸੀਂ ਰਲ ਮਿਲੇ ਤੋਂ ਬਿਨਾ ਨਹੀਂ ਕੱਟ ਸਕਦੇ। ਰਾਜ ਕੁਮਾਰ ਜੀ, ਕਿੰਨੇ ਕੁ ਸਹਿਮਤ ਹੋ ਮਾਣੂਕੇ ਜੀ ਨਾਲ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ, ਮੁੱਦੇ ਉਹਨਾਂ ਨੇ ਚੁੱਕੇ ਨੇ, ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਚੁੱਕੇ ਨੇ, ਕਰੋਨਾ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ, ਕਿੰਨੇ ਕੁ ਸਹਿਮਤ ਹੋ? ਦੇਖੋ, ਪਹਿਲੀ ਗੱਲ ਹੈ ਕਿ ਮੇਰੀ ਇਹ ਭੈਣ ਹੈ, ਮੈਂ ਤੁਹਾਨੂੰ ਇੱਕ ਚੈਨਲ ਤੇ ਦੱਸਾਂ। ਦੂਸਰੀ ਗੱਲ ਇਹ ਕਿ ਕਿਉਂਕਿ ਮੇਰਾ ਫਰਜ਼ ਹੈ ਕਿ ਅਗਰ ਲੋਕਾਂ ਦੇ ਅੰਦਰ ਕਿਸੇ ਚੀਜ਼ ਨੂੰ ਲੈ ਕੇ ਗਲਤਫਹਿਮੀਆਂ ਕੋਈ ਸਿਆਸੀ ਪਾਰਟੀ ਭਰਦੀ ਹੈ ਤੇ ਉਹਨੂੰ ਮੈਂ ਕਲੀਅਰ ਕਰਾਂ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿੱਥੋਂ ਤੱਕ ਇੱਕ ਲਾਈਨ 'ਚ ਮੈਂ ਕਹਾਂਗਾ, ਸਿਰਫ ਕਿਉਂਕਿ ਮੈਂ ਉਸ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ, ਮੈਂ ਇੱਕ ਲਾਈਨ 'ਚ ਇਹ ਗੱਲ ਕਹਿਣਾ ਚਾਹੁੰਦਾ ਕਿ ਬਈ ਜਿਹੜੇ ਦਿੱਲੀ ਦੇ ਮਾਡਲ ਦੀ ਗੱਲ ਕਰਦੇ ਸਭ ਲੋਕ, ਦਿੱਲੀ ਦਾ ਮਾਡਲ ਸ਼ੀਲਾ ਦੀਕਸ਼ਿਤ ਮਾਡਲ ਹੈ, ਕਾਂਗਰਸ ਦਾ ਮਾਡਲ ਹੈ। ਜਿੰਨੇ ਵੀ ਅੱਜ ਤੱਕ ਸਕੂਲ ਬਣੇ ਹੈ ਉਹ ਉਹਨਾਂ ਨੇ ਬਣਾਏ, ਕਾਲਜ ਸਾਰੇ ਉਹਨਾਂ ਨੇ ਬਣਾਏ, ਯੂਨੀਵਰਸਿਟੀਆਂ ਸਾਰੀਆਂ ਉਹਨਾਂ ਨੇ ਬਣਾਈਆਂ ਹੋਈਆਂ, ਹਸਪੀਟਲ ਸਾਰੇ ਉਹਨਾਂ ਨੇ ਬਣਾਏ ਹੋਏ ਹੈ, ਐਲੀਵੇਟਡ ਸਾਰੇ ਉਹਨਾਂ ਨੇ ਬਣਾਏ ਹੋਏ ਹੈ, ਔਰ ਮੈਟਰੋ ਉਹਨਾਂ ਨੇ ਚਲਾਈ ਹੋਈ ਹੈ। ਔਰ ਕੇਜਰੀਵਾਲ ਸਾਹਿਬ ਨੇ ਕੋਈ ਸਕੂਲ ਅੱਜ ਤੱਕ ਇੱਕ ਵੀ ਬਣਾਇਆ ਨਹੀਂ, ਕਾਲਜ ਵੀ ਕੋਈ ਨਹੀਂ ਬਣਾਇਆ, ਹਸਪਤਾਲ ਵੀ ਕੋਈ ਨਹੀਂ ਬਣਾਇਆ। ਜਿਹੜੇ ਇਹ ਗੱਲ ਕਹਿ ਰਹੇ ਸਾਡੀ ਭੈਣ ਕਿ ਸਵਿਮਿੰਗ ਪੂਲ ਬਣਾ ਦਿੱਤੇ, ਲੇਕਿਨ ਉਹ ਪਹਿਲੇ ਦੇ ਬਣੇ ਹੋਏ ਆ, ਇਹ ਅੱਜ ਕੁਝ ਨਹੀਂ ਬਣਿਆ ਉੱਥੇ, ਇਹ ਪਹਿਲੇ ਤੋਂ ਹੀ ਸਾਰਾ ਮਾਡਲ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਦੂਸਰੀ ਗੱਲ ਸਿਰਫ ਇਹਦੇ ਤੇ ਇਹ ਕਹਿਣਾ ਚਾਹੁੰਦਾ, ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਸਮੇਂ ਦੀ ਜਿਹੜੀ ਇਹ ਸਰਕਾਰਾਂ ਹੈ, ਇਹ ਠੀਕ ਕਿਹਾ ਮੇਰੀ ਭੈਣ ਨੇ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੁਣੀ ਹੋਈ ਸਰਕਾਰ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਜਿਸ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਨਵੀਆਂ ਅਮੈਂਡਮੈਂਟ ਲਿਆ ਕੇ ਉਹ ਚੁਣੇ ਹੋਏ ਮੁੱਖ ਮੰਤਰੀ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਮਝਦਾ ਕਿ ਇਹ ਚੀਜ਼ਾਂ ਲੋਕਤੰਤਰ ਦੇ ਵਾਸਤੇ ਕਿਤੇ ਨਾ ਕਿਤੇ ਖਤਰਾ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਸਾਰੀ ਜੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਹਾਲ ਰੱਖਣਾ, ਅਸੀਂ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨੀ ਹੈ ਤੇ ਦੇਸ਼ ਦੇ ਸੰਵਿਧਾਨ ਨੂੰ ਜਿਹੜੇ ਲੋਕ ਤੋੜ ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਆ ਜਾਂ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ, ਜਿਹੜੇ ਲੋਕ ਇਹ ਕਹਿਣਾ ਚਾਹੁੰਦੇ ਆ ਕਿ ਇਸ ਦੇਸ਼ ਦੇ ਅੰਦਰ ਇੱਕ ਭਾਸ਼ਾ ਦਾ ਦੇਸ਼ ਹੋਏਗਾ, ਇੱਕ ਧਰਮ ਦਾ ਦੇਸ਼ ਹੋਏਗਾ, ਇੱਕ ਮਜ਼ਹਬ ਦਾ ਦੇਸ਼ ਹੋਏਗਾ, ਇੱਕ ਲੈਂਗੁਏਜ ਦਾ, ਮੈਂ ਮਹਿਸੂਸ ਕਰਦਾ ਕਿ ਇਹ ਬਾਬਾ ਨਾਨਕ ਦੀ ਫੁਲਵਾੜੀ ਹੈ, ਇਹ ਬਾਬਾ ਸਾਹਿਬ ਅੰਬੇਦਕਰ ਦੀ ਫੁਲਵਾੜੀ ਹੈ। ਜਿਹੜੇ ਲੋਕਾਂ ਨੇ ਸੁਪਨਾ ਦੇਖਿਆ ਸੀਗਾ ਉਹ ਸੁਪਨਾ ਇਸ ਲਈ ਦੇਖਿਆ ਸੀ ਕਿ ਭਾਈ ਇਹ ਸਭ ਧਰਮਾਂ ਦੇ ਲੋਕ ਇੱਥੇ ਰਲ ਕੇ ਰਹਿਣ ਔਰ ਸਭ ਨੂੰ ਆਪਣਾ ਅਧਿਕਾਰ ਦਿੱਤਾ ਸੀ, ਪੂਜਾ ਪਾਠ ਦਾ ਅਧਿਕਾਰ ਹੈ। ਅੱਜ ਤੁਹਾਡੇ ਕੋਲ ਅਧਿਕਾਰ ਖੋਇਆ ਜਾ ਰਿਹਾ ਹੈ ਕਿ ਤੁਹਾਡੀਆਂ ਰਸੋਈਆਂ 'ਚ ਜਾ ਕੇ ਚੈੱਕ ਕਰਦੇ ਆ ਕਿ ਤੁਸੀਂ ਕਿਹੜਾ ਮੀਟ ਬਣਾਇਆ, ਤੁਸੀਂ ਕਿਹੜੇ ਧਰਮ ਨੂੰ ਕਰ ਰਹੇ ਹੋ। ਔਰ ਮੈਂ ਮਹਿਸੂਸ ਕਰਦਾ ਕਿ ਦੇਸ਼ ਦੀ ਡੈਮੋਕ੍ਰੇਸੀ, ਦੇਸ਼ ਦੇ ਭਾਈਚਾਰਕ ਸਾਂਝ ਨੂੰ ਔਰ ਦੇਸ਼ ਦੀ ਰੱਖਿਆ ਕਰਨੀ ਆ ਅਗਰ, ਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਇੱਕ ਦੂਸਰੇ ਧਰਮ ਦੀ ਇੱਜ਼ਤ ਕਰਨੀ ਹੋਈ। ਵੇਰਕਾ ਸਾਹਿਬ, ਤੁਸੀਂ ਸ਼ੀਲਾ ਦੀਕਸ਼ਿਤ ਹੋਰਾਂ ਦੀ ਗੱਲ ਕੀਤੀ ਹੈ ਕਿ ਦਿੱਲੀ ਦੇ ਵਿੱਚ ਜਿੰਨਾ ਵਿਕਾਸ ਹੋਇਆ ਸ਼ੀਲਾ ਦੀਕਸ਼ਿਤ ਹੋਰਾਂ ਦੇ ਉਹਨਾਂ ਦੀ ਰਹਿਨੁਮਾਈ ਹੇਠ ਹੋਇਆ, ਜਿੰਨਾ ਵੀ ਵਿਕਾਸ ਹੋਇਆ। ਗੱਲ ਕਰਦੇ ਹਾਂ ਪੰਜਾਬ ਦੀ। ਸੁਖਬੀਰ ਸਿੰਘ ਬਾਦਲ ਚੈਲੰਜ ਕਰਦੇ ਨੇ ਕਿ ਤੁਸੀਂ 4 ਸਾਲਾਂ ਦੇ ਵਿੱਚ ਕਾਂਗਰਸ ਨੇ ਕਿਹੜਾ ਹਸਪਤਾਲ ਬਣਾਇਆ, ਕਿਹੜੀ ਯੂਨੀਵਰਸਿਟੀ ਬਣਾਈ ਹੈ, ਕਿਹੜਾ ਪੁਲ ਬਣਾਇਆ। ਹਾਲਾਂਕਿ ਵਿਰਾਸਤ-ਏ ਖਾਲਸਾ ਅਸੀਂ ਬਣਾਇਆ, ਸਟਰੀਟ ਹੈਰੀਟੇਜ ਸਟਰੀਟ ਅਸੀਂ ਬਣਾਈ। ਉਹ ਕਹਿ ਰਿਹਾ ਕਿ ਕਾਂਗਰਸ ਨੂੰ ਪੁੱਛਿਆ ਜਾਵੇ, ਮੈਂ ਖੁੱਲਾ ਚੈਲੰਜ ਕਰਦਾ, ਡਿਬੇਟ ਕਰਨ ਮੇਰੇ ਦੇ ਨਾਲ ਕਿ ਕਿਹੜੀ ਚੀਜ਼ ਇਹਨਾਂ ਨੇ 4 ਸਾਲਾਂ ਦੇ ਵਿੱਚ ਕਿੱਥੇ ਉਦਘਾਟਨ ਕੀਤਾ, ਕਿਹੜੀ ਚੀਜ਼ ਬਣਾਈ। ਬਈ ਗੱਲ ਇਹ ਹੈ ਕਿ ਚੰਗੀ ਗੱਲ ਤੇ ਇਹ ਹੁੰਦੀ ਕਿ ਉਹਨਾਂ ਨੂੰ ਬੁਲਾ ਲੈਂਦੇ, ਫਿਰ ਇੱਥੇ ਮੈਂ ਉਹਨਾਂ ਨੂੰ ਦਿੰਦਾ ਜਵਾਬ ਕਿ ਕੀ ਬਣਾਇਆ। ਪਹਿਲੀ ਗੱਲ ਸੁਣ ਲਓ, ਆ ਹਰ ਚੌਂਕ ਚੁਰਾਹੇ ਦੇ ਵਿੱਚ ਐਲੀਵੇਟਰ ਬਣਦੇ ਪਏ ਹੈ ਔਰ ਕੋਈ ਜ਼ਿਲ੍ਹਾ ਐਸਾ ਨਹੀਂ ਜਿੱਥੇ ਐਲੀਵੇਟਰ ਨਹੀਂ ਬਣਦੇ ਪਏ। ਕੋਈ ਅਜਿਹੀ ਨਹੀਂ ਕਿ ਅਸੀਂ ਯੂਨੀਵਰਸਿਟੀ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਤੇ ਯੂਨੀਵਰਸਿਟੀ ਬਣਾ ਰਹੇ, ਬਾਬਾ ਸਾਹਿਬ ਅੰਬੇਦਕਰ ਦਾ ਨਾਂ ਤੇ ਅਸੀਂ ਕਾਲਜ ਬਣਾਏ, ਜਿੱਥੇ ਤੱਕ ਸੰਵਿਧਾਨ ਦੀ ਮੈਂ ਗੱਲ ਕਰਾਂ, ਔਰ ਅਸੀਂ 120 ਕਰੋੜ ਰੁਪਏ ਲਾ ਕੇ ਉਹਨਾਂ ਦੀ ਯਾਦਗਾਰ ਵੀ ਬਣਾ ਰਹੇ। ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ तमाम ਜਿੰਨੇ ਕਾਲਜ ਹੈ, ਯੂਨੀਵਰਸਿਟੀਆਂ, ਅਸੀਂ ਸਾਰੇ ਧਰਮਾਂ ਦੀ ਜਿਹੜੇ ਹੈ ਉਹ ਰੱਖਿਅਕ ਹੈ। ਅਸੀਂ ਸਾਰੇ ਲੋਕਾਂ ਨੂੰ ਅੱਗੇ ਵਧਾ ਕੇ ਚੱਲਣ ਵਾਲੇ ਲੋਕ ਆ। ਔਰ ਇਹ ਗੱਲ ਕਹਿਣੀ ਕਿ ਭਾਈ ਇਹਨਾਂ ਨੇ ਕੀ ਬਣਾਇਆ, ਜੇ ਮੈਂ ਉਹਨਾਂ ਨੂੰ ਇਹ ਪੁੱਛਾਂ ਕਿ ਉਹਨਾਂ ਨੇ ਕੀ ਬਣਾਇਆ, ਉਹ ਗੱਲ ਕਹਿਣਗੇ ਵਿਰਾਸਤ-ਏ ਖਾਲਸਾ ਅਸੀਂ ਬਣਾ ਦਿੱਤੀ ਜੀ, ਅਸੀਂ ਆ ਯਾਦਗਾਰ ਬਣਾ ਦਿੱਤੀ ਜੀ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਜਿਹੜੀ ਮਾਵਾਂ ਦੇ ਪੁੱਤ ਆ ਗਲੀ ਚੁਰਾਹੇ ਦੇ ਵਿੱਚ ਵੈਨ ਪਾ ਕੇ ਮਰੀਆਂ ਨਾ, ਉਹਨਾਂ ਦੇ ਵੀ ਦੋਸ਼ ਆਪਣੇ ਉੱਪਰ ਲੈ ਲੈਣ। ਉਹ ਇਸ ਗੱਲ ਦੀ ਵੀ ਜ਼ਿੰਮੇਵਾਰੀ ਇਸ ਗੱਲ ਦੇ ਉੱਪਰ ਲੈ ਲੈਣ ਕਿ 2.5 ਲੱਖ ਕਰੋੜ ਰੁਪਏ ਦਾ ਕਰਜ਼ ਇਸ ਪੰਜਾਬ ਦੇ ਉੱਪਰ ਚੜਾ ਕੇ ਗਏ ਹੈ। ਔਰ ਉਹਦੇ ਵਿੱਚ ਜੇਕਰ ਤੁਸੀਂ ਇਹ ਗੱਲ ਕਹੋ ਕਿ ਜੇ ਮੈਂ ਉਹਨਾਂ ਨੂੰ ਪੁੱਛਾਂ ਇਸ ਗੱਲ ਵਾਸਤੇ ਕਿ ਭਾਈ ਉਹਦੇ ਵਿੱਚ ਘਪਲਾ ਕਿੰਨਾ ਹੋਇਆ, ਲੇਕਿਨ ਮੈਂ ਇਹ ਕਿਉਂਕਿ ਲੰਬੀ ਬਹਿਸ 'ਚ ਜਾਣਾ ਨਹੀਂ ਚਾਹੁੰਦਾ, ਲੇਕਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਈ ਅਸੀਂ ਬੜੇ ਘੱਟ ਸੋਰਸ 'ਚ, ਘੱਟ ਸਾਧਨਾਂ 'ਚ ਅਸੀਂ ਆਪਣੀਆਂ ਚੀਜ਼ਾਂ ਨੂੰ ਪੂਰੀਆਂ ਕਰਨ ਜਾ ਰਹੇ ਹਾਂ। ਔਰ ਅਸੀਂ ਇਹ 250 ਰੁਪਇਆ ਪੈਨਸ਼ਨ ਦਿੰਦੇ ਸੀ, ਅਸੀਂ 1500 ਰੁਪਇਆ ਕਰਤੀ। ਇਹ 6000 ਰੁਪਇਆ ਸਗਨ ਸਕੀਮ ਦਿੰਦੇ ਸੀ, ਅਸੀਂ 51000 ਰੁਪਇਆ ਕਰ ਦਿੱਤੀ। ਔਰ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਅਸੀਂ ਭੈਣਾਂ ਵਾਸਤੇ ਫ੍ਰੀ ਬੱਸਾਂ ਦੇ ਸਫ਼ਰ, ਅਸੀਂ 33% ਆਰਕਸ਼ਣ ਔਰ ਅਸੀਂ 50% ਜਿਹੜੀ ਹੈ ਉਹ तमाम ਬਲਾਕ ਸਮਤੀਆਂ, ਜ਼ਿਲ੍ਹਾ ਪ੍ਰੀਸ਼ਦ, ਨਗਰ ਨਿਗਮਾਂ ਦੇ ਅੰਦਰ ਆਰਕਸ਼ਣ ਕੀਤਾ। ਲੇਕਿਨ ਇਹ ਗੱਲ ਕਹਿਣੀ ਕਿ ਬਈ ਇਹ ਸਰਕਾਰ ਨੇ ਕੀਤਾ ਕਿ ਇਹਦਾ ਸਵਾਲ ਦਾ ਜਵਾਬ ਇਹ ਮੰਗਣ ਤੋਂ ਪਹਿਲੇ ਇਹ ਦੇਖ ਲੈਣ ਕਿ ਜਿਹੜੀ ਸਾਨੂੰ ਦੇ ਕੇ ਕੀ ਗਈ, ਸਾਨੂੰ ਵਿਰਾਸਤ 'ਚ ਮਿਲਿਆ ਕੀ ਸੀ। ਸਾਨੂੰ ਰੋਂਦਾ ਕੁਰਲਿਆਂ ਦਾ ਪੰਜਾਬ ਮਿਲਿਆ, ਜਿਹੜਾ ਅੱਜ ਹੱਸਦਾ ਖੇਡਦਾ ਗਿੱਧੇ ਤੇ ਪੰਗੜਿਆਂ ਦਾ ਪੰਜਾਬ ਬਣਾ ਕੇ ਅਸੀਂ ਜਾਵਾਂਗੇ। ਔਰ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇਹ ਜਿੰਨੇ ਵੀ ਚੈਲੰਜ ਹੈ ਅਸੀਂ ਕਬੂਲ ਕਰਾਂਗੇ ਔਰ ਪੂਰੇ ਕਰਕੇ ਜਾਵਾਂਗੇ। ਜੀ ਸਰਬਜੀਤ ਜੀ, 4 ਸਾਲਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ, 4.5 ਸਾਲ ਹੋ ਚੱਲੇ ਨੇ, 6 ਮਹੀਨੇ ਸਾਲ ਹੋ ਰਹਿ ਗਿਆ, 8 ਮਹੀਨੇ ਰਹਿ ਗਏ ਨੇ। ਸੰਤੁਸ਼ਟ ਹੋ ਜੋ ਕੁਝ ਵੇਰਕਾ ਸਾਹਿਬ ਕਹਿ ਰਹੇ, ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਹੈ, 1500 ਤੋਂ 500 ਤੋਂ ਸਕੀਮ ਵਧਾ ਕੇ 1500 ਕਰ ਦਿੱਤੀ ਗਈ ਹੈ, ਸੰਤੁਸ਼ਟ ਹੋ? ਆਮ ਆਦਮੀ ਪਾਰਟੀ ਸੰਤੁਸ਼ਟ ਹੈ? ਮੈਂ ਵਿਧਾਨ ਸਭਾ 'ਚ ਇੱਕ ਪ੍ਰਸ਼ਨ ਪਾਇਆ ਸੀ, ਵੇਰਕਾ ਸਾਹਿਬ ਨੂੰ ਖੁਦ ਪਤਾ, 2019 ਦੇ ਵਿੱਚ, ਬਈ ਹੁਣ ਤੱਕ ਮੇਰੇ ਲੁਧਿਆਣੇ ਜ਼ਿਲ੍ਹੇ 'ਚ ਛੋਟੀ ਵੱਡੀ ਕਿੰਨੀ ਫੈਕਟਰੀ ਬੰਦ ਹੋ ਚੁੱਕੀ ਹੈ ਜੀ। ਅਨਸਟਾਰ ਪ੍ਰਸ਼ਨ ਸੀ, ਰਿਕਾਰਡ 'ਚ ਕਢਾ ਕੇ ਦੇ ਸਕਦੇ ਹਾਂ। 17, 18, 19 ਦੇ ਵਿੱਚ 215 ਫੈਕਟਰੀਆਂ ਬੰਦ ਹੋ ਗਈਆਂ ਸੀ, ਛੋਟੇ ਵੱਡੇ ਤੇ ਕੇ। ਚਿਮਨੀਆਂ ਜਗਾਉਣ ਆਈ ਸਰਕਾਰ,
215 15 ਉਸ ਤੋਂ ਬਾਅਦ 20 ਵੀ ਆਈ ਹੈ ਤੇ 21 ਵੀ। ਅੱਜ ਪੰਜਾਬ ਦੇ ਵਿੱਚ ਹਰ ਵਰਗ ਪਹਿਲਾਂ ਹੀ ਮੇਰੇ ਤੋਂ ਗੱਲ ਕਰਕੇ ਗਏ ਆ ਵੀ ਨੌਜਵਾਨ ਸਾਡਾ +2 ਤੋਂ ਬਾਅਦ ਆਈਲੈਟਸ ਨੂੰ ਇੱਕ ਡਿਗਰੀ ਮੰਨਣ ਲੱਗ ਗਿਆ। ਬਾਈ ਹੁੱਕ ਔਰ ਕਰੁੱਕ ਮਾਂ-ਬਾਪ ਆਪਣਾ ਤਨ ਮਨ ਧਨ ਵੇਚ ਕੇ ਉਹਨੂੰ ਕਹਿੰਦੇ ਆ ਵੀ ਜਹਾਜ਼ ਚੜਾ ਦਈਏ। ਉਹਦਾ ਇੱਕ ਰੀਜ਼ਨ ਤਾਂ ਇਹ ਹੈ ਵੀ ਜੇ ਇਸ ਤਰ੍ਹਾਂ ਇੰਡਸਟਰੀ ਸਾਡੀ ਬੰਦ ਹੁੰਦੀ ਰਹੀ ਤਾਂ ਰੋਜ਼ਗਾਰ ਕਿੱਥੋਂ ਆਏਗਾ। ਦੂਸਰੀ ਗੱਲ, ਲੈਂਡ ਮਾਫੀਆ ਸੈਂਡ ਮਾਫੀਆ ਖਤਮ ਕਰਨਾ ਹੀ ਸਰਕਾਰ, ਮੈਂ ਕਹਿੰਦੀ ਹਾਂ ਇਸ ਚੀਜ਼ 'ਚੋਂ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਤੀਸਰੀ, ਨਸ਼ਾ ਮੁਕਤੀ ਦੇ ਨਾਰੇ ਨਾਲ ਆਈ ਸਰਕਾਰ। ਲੋਕਡਾਊਨ ਦੇ ਵਿੱਚ ਜਦੋਂ ਪਿੰਡਾਂ ਦੇ ਬਾਰਡਰ ਵੀ ਸੀਲ ਸੀ, ਉਦੋਂ ਰਾਜਪੁਰੇ ਚੋਂ 2 ਵਾਰੀ ਨਕਲੀ ਸ਼ਰਾਬ ਫੜੀ ਗਈ ਫੈਕਟਰੀ, ਰਾਜਾ ਸਾਹਿਬ ਦੇ ਆਪਦੇ ਏਰੀਏ ਚੋਂ, ਆਪਦੇ ਜ਼ਿਲ੍ਹੇ ਚੋਂ। ਤਰਨਤਾਰਨ ਦੀ ਜ਼ਹਿਰੀਲੀ ਸ਼ਰਾਬ ਦੀ ਤਰਾਸਦੀ ਤੁਸੀਂ ਦੇਖ ਰਹੇ ਹੋ। ਸਭ ਤੋਂ ਮਾੜੀ ਗੱਲ ਜੋ ਮੈਂ ਦੇਖ ਰਹੀ ਹਾਂ, ਵੇਰਕਾ ਸਾਹਿਬ ਨੂੰ ਇਸ ਗੱਲ ਨਾਲ ਹਮਦਰਦੀ ਜ਼ਰੂਰ ਹੋਏਗੀ, ਬੇਸ਼ੱਕ ਇੱਥੇ ਜੋ ਮਰਜ਼ੀ ਕਹਿਣ, ਪਰ 8 ਵਾਰ ETT ਵਾਲੇ ਬੱਚੇ ਜਿਨ੍ਹਾਂ ਦੀ ਉਮਰ 19 ਸਾਲ ਤੋਂ 21 ਸਾਲ ਦੇ ਵਿੱਚ ਹੈ, ਰਾਜਾ ਸਾਹਿਬ ਦੇ ਘਰ ਅੱਗੇ ਹੀ ਕੁੱਟੇ ਗਏ। ਜੀ ਉਹ ਕੀ ਮੰਗ ਰਹੇ ਆ ਬੱਚੇ? ਜੀ ਬਿਲਕੁਲ ਹਰ ਤਰ੍ਹਾਂ ਦਾ ਇੱਕ ਜਲ ਵਿਭਾਗ ਦੇ ਵਿੱਚ, ਵਣ ਵਿਭਾਗ ਦੇ ਵਿੱਚ ਪੈਰਾਮੈਡੀਕਲ ਸਟਾਫ ਆ, 16 ਸਾਲ ਤੋਂ ਪੱਕੇ ਹੋਣ ਨੂੰ ਉਡੀਕ ਰਿਹਾ। ਉਹ ਕੱਚੇ ਮੁਲਾਜ਼ਮ ਤਰਾ ਕਰ ਰਹੇ ਆ, ਮਾਮੂਲੀ ਜਿਹੀ ਤਨਖਾਹ ਤੇ। ਜਵਾਬ ਲੈ ਲੈਣੇ ਆ ਜੀ। ਇਹ ਸਾਰੀ ਗੱਲ ਦਾ ਦੇਖੋ, ਸਰਕਾਰ ਮਾਈ ਬਾਪ ਹੁੰਦੀ ਹੈ ਸਟੇਟ ਦੀ। ਜੇ ਇੱਕ ਵਾਰੀ ਕੁੱਟੇ ਗਏ ਸੀ ਬੱਚੇ, ਦੂਜੀ ਉਹਨਾਂ ਨੂੰ ਬੱਸਾਂ ਦੇ ਥੱਲੇੋਂ ਖਿੱਚ ਕੇ ਕੁੱਟਿਆ ਜਾਂਦਾ, ਮੈਨੂੰ ਇੰਨਾ ਹੀ ਜਵਾਬ ਲੈ ਲਓ ਵੀ ਉਹਨਾਂ ਕੋਲ ਕੋਈ ਹਥਿਆਰ ਹੁੰਦਾ ਜਾਂ ਉਹਨਾਂ ਕੋਲ ਕੋਈ ਕ੍ਰਾਈਮ ਵਾਲਾ, ਉਹਨਾਂ ਕੋਲ ਕੋਈ ਬੰਬ ਹੁੰਦੇ ਆ, ਉਹ ਹੁਣ ਨਹਿਰਾਂ 'ਚ ਛਾਲਾਂ ਮਾਰਨ ਲੱਗੇ। ਇਹਦੀ ਜ਼ਰੂਰ ਇਹਦਾ ਜੀ ਬਿਲਕੁਲ ਵੇਰਕਾ ਸਾਹਿਬ ਜਵਾਬ 2 ਸ਼ਬਦਾਂ ਦੇ ਵਿੱਚ, ਕਿਉਂਕਿ ਸਮਾਂ ਕਾਫੀ ਇਜਾਜ਼ਤ ਨਹੀਂ ਦਿੰਦਾ, ਘੱਟ ਹੈ ਸਮਾਂ। ਕਿਉਂਕਿ ਇਹ ਤਾਂ ਅਸੀਂ ਵੀ ਦੇਖਿਆ ਕਿ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ, ਭਾਗੜਾ ਨਹਿਰ ਦੇ ਵਿੱਚ, ਜੋ ਕਿ ਕੁੱਟਿਆ ਗਿਆ। ਪਹਿਲਾਂ ਉਹਨਾਂ ਨੂੰ ਦੁਖੀ ਹੋ ਕੇ ਉਹਨਾਂ ਨੇ ਛਾਲ ਮਾਰੀ ਹੈ। ਹਾਲਾਂਕਿ ਗੱਲਬਾਤ ਵੀ ਹੋਈ ਸੀਗੀ, ਟਾਵਰ ਤੇ ਵੀ ਕਈ ਜੋ ਸੀਗੇ ਮੁਲਾਜ਼ਮ ਉਹ ਵੀ ਚੜੇ ਸੀਗੇ। ਕਿਵੇਂ ਦੇਖਦੇ ਹੋ? ਦੇਖੋ, ਮੈਂ ਇਹ ਮਹਿਸੂਸ ਕਰਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਹੈ ਉਹ ਸਾਡੇ ਯੂਥ ਨੂੰ ਮਿਸਗਾਈਡ ਕਰਦੇ ਹੈ। ਤੁਸੀਂ ਇਹ ਦੇਖਿਆ ਕਿ ਚਾਹੇ ਅਕਾਲੀ ਦਲ ਵਾਲੇ ਵੀ ਹੈ, BJP ਵਾਲੇ, ਕਿ ਇਵਨ ਕੇਜਰੀਵਾਲ ਸਾਹਿਬ ਵੀ ਜਦੋਂ ਆਏ ਤੇ ਇਹਨਾਂ ਨੇ ਕਿਹਾ ਕਿ ਅਸੀਂ ਆ ਜਿਹੜੇ 20 ਲੱਖ ਲੋਕ ਹੈ ਇਹਨਾਂ ਨੂੰ ਅਸੀਂ ਨੌਕਰੀਆਂ ਦੇ ਦੇਵਾਂਗੇ ਜੀ। ਲੇਕਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਸਾਡੇ ਬੱਚੇ ਇਹ ਰੋਡ ਦੇ ਉੱਪਰ ਹੈ, ਉਹਨਾਂ ਨੂੰ ਸਿਆਸੀ ਲਾਹੇ ਵਾਸਤੇ ਲੋਕ ਉਕਸਾ ਸਕਦੇ ਆ, ਲੇਕਿਨ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਟੋਟਲ 3,14,000 ਸਰਕਾਰੀ ਨੌਕਰੀਆਂ ਸਿਰਫ ਜਿਹੜੀਆਂ ਸੈਕਸ਼ਨ ਪੋਸਟਾਂ ਹੈ, ਉਹਦੇ ਵਿੱਚ ਕਰੀਬ ਇਸ ਵੇਲੇ 2,90,000 ਨੌਕਰੀਆਂ ਭਰੀਆਂ ਹੋਈਆਂ। 75,000 ਨੌਕਰੀਆਂ ਅਸੀਂ ਐਡਵਰਟਾਈਜ਼ਮੈਂਟ ਕਰ ਚੁੱਕੇ ਹਾਂ ਜਿਹੜੇ ਭਰਨੀਆਂ ਹੈ। ਔਰ ਮੈਂ ਆਪਣੇ ਯੂਥ ਨੂੰ ਕਹਾਂਗਾ ਕਿ ਬਜਾਏ ਇਸ ਗੱਲ ਦੇ ਉੱਪਰ ਕਿ ਤੁਸੀਂ ਟਾਈਮ ਵੇਸਟ ਕਰੋ ਇਹ ਸਿਆਸੀ ਬੰਦਿਆਂ ਦੇ ਪਿੱਛੇ ਲੱਗ ਕੇ, ਇਹ ਤੁਸੀਂ ਸਰਕਾਰ ਦੇ ਫੋਲਡਰ ਦੇ ਉੱਪਰ ਜਾਓ, ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਿੱਥੇ ਨੌਕਰੀਆਂ ਨਿਕਲੀਆਂ ਉੱਥੇ ਉਹ ਨੌਕਰੀਆਂ ਅਪਲਾਈ ਕਰੋ, ਉਹਨਾਂ ਦੇ ਵਿੱਚ ਜਾਓ। ਔਰ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਜਿੰਨੀ ਵੀ ਸਾਡੇ ਕੋਲ ਸੈਕਸ਼ਨ ਪੋਸਟਾਂ ਹੈਗੀਆਂ ਅਸੀਂ ਸਾਰੀਆਂ ਹੀ ਪੱਕੀਆਂ ਕਰਕੇ ਜਾਈਏ। ਇੱਕ ਮੁੱਦਾ ਸੀਗਾ, ਇਹ ਮੇਰਾ ਵੀ ਉਹ ਇਸ਼ੂ ਹੈ, ਮੇਰੀ ਭੈਣ ਦਾ ਵੀ ਉਹ ਇਸ਼ੂ ਹੈ ਜੀ। ਬਿਲਕੁਲ ਅਸੀਂ ਸਰਕਾਰ ਦੇ ਨਾਲ, ਮੌਜੂਦਾ ਸਰਕਾਰ ਦੀ ਮੈਂ ਗੱਲ ਕਰਾਂ, ਕਿ ਸਾਡਾ ਡਿਫਰੈਂਟ ਓਪੀਨੀਅਨ ਇਹ ਹੈ ਕਿ ਅਸੀਂ ਇਹ ਗੱਲ ਕਹੀ ਹੈ ਸਾਰਿਆਂ ਨੇ ਕਿ ਭਾਈ ਕਲਰਕਾਂ ਦੀਆਂ ਤੁਸੀਂ ਕਲਾਸ 1 ਦੀਆਂ, ਕਲਾਸ 2 ਦੀਆਂ, ਕਲਾਸ 3 ਦੀਆਂ ਪੋਸਟਾਂ ਤੇ ਐਡਵਰਟਾਈਜ਼ਮੈਂਟ ਕਰਕੇ ਪੱਕੀਆਂ ਰੱਖ ਰਹੇ ਹੋ, ਲੇਕਿਨ C ਔਰ D ਜਿਹਦੇ ਵਿੱਚ ਗਰੀਬ ਲੋਕਾਂ ਦੀਆਂ ਨੌਕਰੀਆਂ ਹੈਗੀਆਂ, ਇਹਨਾਂ ਨੂੰ ਵੀ ਜਿਹੜੀ ਹੈ ਉਹ ਪੱਕੀਆਂ ਰੱਖਣਾ ਚਾਹੀਦਾ ਹੈ, ਕਿਉਂਕਿ ਗਰੀਬ ਆਦਮੀ ਦੇ ਕੋਲ ਛੱਤ ਨਹੀਂ ਹੁੰਦੀ। ਔਰ ਮੈਨੂੰ ਇਹ ਗੱਲ ਤੁਹਾਡੇ ਚੈਨਲ ਤੇ ਖੁਸ਼ੀ ਨਾਲ ਕਹਿਣੀ ਪੈ ਰਹੀ ਹੈ ਕਿ ਉਹ ਜਿਹੜੀਆਂ ਗਰੁੱਪ D ਤੇ C ਦੀਆਂ ਨੌਕਰੀਆਂ ਉਹਦੇ ਵਾਸਤੇ ਵੀ ਮੁੱਖ ਮੰਤਰੀ ਨੇ ਪ੍ਰਵਾਨਗੀ ਦੇ ਦਿੱਤੀ ਹੈ, ਉਹਦੀ ਵੀ ਭਰਤੀ ਅਸੀਂ ਜਿਹੜੀ ਪੱਕੇ ਤੌਰ ਤੇ ਕਰਾਂਗੇ। ਵੇਰਕਾ ਸਾਹਿਬ ਗੱਲ ਇਸ ਤਰ੍ਹਾਂ ਹੈ, ਇੱਕ ਮਿੰਟ, ਉਹ ਤਾਂ 6 ਮਹੀਨੇ ਹਲੇ ਸਰਕਾਰ ਦੇ ਪਏ ਨੇ, ਸਾਲ ਪਿਆ, ਚਲੋ ਤੁਸੀਂ ਭਰ ਦੋਗੇ ਜਾਂ ਤੁਸੀਂ ਕਹਿ ਦਿੱਤਾ ਜਾਂ ਭਰ ਜਾਣਗੀਆਂ। ਅੱਜ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਕਿਸਾਨਾਂ ਦੀ। ਕਿਸਾਨਾਂ ਦੀਆਂ ਅਸੀਂ ਦੇਖ ਰਹੇ ਹਾਂ ਮੰਡੀਆਂ ਦੇ ਵਿੱਚ, ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਕੀ ਹਾਲ ਹੈ। ਆਕਸੀਜਨ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲੋਂ ਕਿਸਾਨਾਂ ਦੀ ਖਾਣ ਪੀਣ ਖਾਵਾਂਗੇ ਤਾਂ, ਅੰਨ ਖਾਵਾਂਗੇ ਤਾਂ ਸਾਡਾ ਅੱਗੇ ਵਧੂਗਾ, ਪ੍ਰਫੁੱਲਤ ਹੋਵਾਂਗੇ ਅਸੀਂ। ਜੇਕਰ ਗੱਲ ਕਰਦੇ ਹਾਂ ਕਿਸਾਨਾਂ ਦੀ, ਹਰ ਥਾਂ ਵੇਖਿਆ ਜਾਂਦਾ ਮੀਂਹ ਪਏ ਹੈ, 7-7 ਦਿਨ ਤੋਂ ਰੁਲ ਰਿਹਾ, 7-7 ਦਿਨ ਤੋਂ ਰੁਲ ਰਿਹਾ, ਬਾਰਦਾਨਾ ਹੈ ਨਹੀਂ,
ਜੇਕਰ ਗੱਲ ਕੀਤੀ ਜਾਵੇ ਬਾਰਦਾਨੇ ਦੀ, ਬਾਰਦਾਨਾ ਹੈ ਨਹੀਂ, ਲਿਫਟਿੰਗ ਉਹ ਨਹੀਂ ਹੋ ਰਹੀ, ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਤੁਸੀਂ ਦੇਖਿਆ ਬਾਰਡਰਾਂ ਤੇ। ਇੱਕ ਤੇ ਕੇਂਦਰ ਤੋਂ ਤਾਂ ਦੁਖੀ ਹੈ ਹੀ ਹੈ, ਉਹ ਤਾਂ ਚਲੋ ਹੈ ਹੀ ਹੈ, 5 ਮਹੀਨਿਆਂ ਤੋਂ ਬੈਠੇ ਨੇ। ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਕਿ ਅਸੀਂ ਹਿਤੈਸ਼ੀ ਹਾਂ, ਅਸੀਂ ਕਿਸਾਨਾਂ ਦੇ ਹਿਤੈਸ਼ੀ, ਪਰ ਅਸੀਂ ਮੌਜੂਦਾ ਹਾਲਾਤ ਦੇਖਦੇ ਹਾਂ। ਜ਼ੀ ਮੀਡੀਆ ਦੀ ਟੀਮ ਜਾ ਕੇ ਰਿਐਲਿਟੀ ਚੈੱਕ ਕਰਕੇ ਆਈ ਹੈ, ਪਾਣੀ ਦੇ ਨਾਲ ਕਣਕ ਜੋ ਹੈ ਬਾਹਰ ਪੱਲੀਆਂ ਦੇ ਉੱਤੇ, ਜੋ ਪੱਲੀਆਂ ਜੋ ਉਹਨਾਂ ਨੂੰ ਦਿੱਤੀਆਂ ਗਈਆਂ ਉਹ ਵੀ ਪਾਟੀਆਂ। ਅਜਿਹੇ ਹਾਲਾਤ ਨੇ। ਮੈਂ ਤਾਂ ਇੱਕ ਗੱਲ ਕਹਾਂ ਕਿ ਮੈਂ ਤਾਂ ਕਈ ਸਾਲਾਂ ਤੋਂ ਇੱਕ ਚੀਜ਼ ਦੇਖਦਾ ਆ ਰਿਹਾ ਕਿ ਜਦੋਂ ਵੀ ਸੀਜ਼ਨ ਹੁੰਦਾ ਬਾਰਿਸ਼ ਵੀ ਆਉਂਦੀ ਹੈ ਤੇ ਲਿਫਟਿੰਗ ਵੀ ਹੁੰਦੀ ਹੈ। ਬਹੁਤ ਦਫਾ ਇਹ ਰੋਲਾ ਪੈਂਦਾ ਲਿਫਟਿੰਗ ਲੇਟ ਹੋ ਗਈ, ਆ ਹੋ ਗਿਆ, ਲੇਕਿਨ ਕੋਈ ਸਾਲ ਐਸਾ ਦੱਸੋ ਜਿਹਦੇ ਵਿੱਚ ਜਦੋਂ ਕਾਂਗਰਸ ਸਰਕਾਰ ਹੋਵੇ ਜਿੱਥੇ ਲਿਫਟਿੰਗ ਨਾ ਹੋਈ ਹੋਵੇ, ਜਿੱਥੇ ਇੱਕ ਇੱਕ ਦਾਣਾ ਨਾ ਉਠਾਇਆ ਗਿਆ ਹੋਵੇ। ਅਸੀਂ ਇੱਕ ਇੱਕ ਦਾਣਾ ਵੀ ਪਰਚੇਜ ਕਰਦੇ ਹਾਂ। ਹਾਂ, ਸਿਸਟਮ ਦੇ ਅੰਦਰ ਕਿਤੇ ਸਲੋਪਨ ਆ ਜਾਂਦਾ ਹੈ, ਕਿਸੇ ਬਾਰਦਾਨਾ ਲੇਟ ਹੋ ਗਿਆ ਜਾਂ ਅਜਿਹੀ ਚੀਜ਼ ਆ ਗਈ, ਲੇਕਿਨ ਅਲਟੀਮੇਟਲੀ ਜਦੋਂ ਤੁਸੀਂ ਟੋਟਲ ਰਿਜ਼ਲਟ ਦੇਖਦੇ ਹੋ, ਤੁਸੀਂ ਰਿਜ਼ਲਟ ਦੇਖੋਗੇ ਇੱਕ ਇੱਕ ਦਾਣਾ ਅਸੀਂ ਖਰੀਦਾਂਗੇ, ਇਸ ਰਿਜ਼ਲਟ ਨੂੰ ਸ਼ਾਨਦਾਰ, ਜਾਨਦਾਰ ਤੇ ਫਸਟ ਕਲਾਸ ਰਿਜ਼ਲਟ ਦੇਖੋਗੇ ਔਰ ਕਿਸਾਨ ਦਾ ਇੱਕ ਇੱਕ ਦਾਣਾ ਅਸੀਂ ਖਰੀਦ ਕੇ ਜਾਣਾ ਹੈ। ਸਰਬਜੀਤ ਜੀ ਸਹਿਮਤ ਹੋ ਜੀ? ਸੱਤਾ 'ਚ ਆ ਕਿਉਂਕਿ ਕੇ ਦੇਖੋ ਸਰਬਜੀਤ ਜੀ, ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਜਾਂ ਕਿਸੇ ਦੀ 6 ਮਹੀਨੇ ਲਗਾਤਾਰ ਉਡੀਕ, ਦਿਨ ਰਾਤ ਠੰਡਾਂ ਦੇ ਵਿੱਚ, ਪੋਹ ਮਾਘ ਦੀਆਂ ਰਾਤਾਂ 'ਚ ਜਾ ਕੇ ਪਾਣੀ ਲਾਉਣਾ, ਨੱਕੇ ਮੋੜਨੇ, ਠੀਕ ਹੈ ਜੀ। 6 ਮਹੀਨੇ ਅਸੀਂ ਇੰਤਜ਼ਾਰ ਕਰਦੇ ਹਾਂ। ਇੰਤਜ਼ਾਰ ਕਿਸਾਨ ਕਰਦਾ ਹੈ, ਜਾ ਕੇ ਹਾਲਾਤ ਕੀ ਹੁੰਦੇ ਨੇ, ਜਾਂ ਤਾਂ ਕਣਕ ਸੜ ਜਾਂਦੀ ਹੈ, ਅੱਗ ਲੱਗ ਜਾਂਦੀ ਹੈ, ਤੇ ਜਾਂ ਮੰਡੀਆਂ ਦੇ ਵਿੱਚ ਤੁਸੀਂ ਹਾਲਾਤ ਦੇਖੇ ਨੇ। ਪਰ ਡਾਕਟਰ ਰਾਜਕੁਮਾਰ ਵੇਰਕਾ ਕਹਿ ਰਹੇ ਨੇ ਕਿ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਹੈ ਅਸੀਂ ਇੱਕ ਇੱਕ ਦਾਣਾ ਖਰੀਦਿਆ। ਕਿੰਨੇ ਕੁ ਸਹਿਮਤ ਹੋ? ਦੇਖੋ ਜੀ, ਮੈਂ ਇੱਕ ਗੱਲ ਜ਼ਰੂਰ ਕਹੂੰਗੀ। ਪਹਿਲਾਂ ਵੇਰਕਾ ਸਾਹਿਬ ਦੀ ਇੱਕ ਗੱਲ ਦਾ, ਮੈਂ ਪਿਛਲੀ ਦਾ ਹੀ ਗੱਲ ਕਰ ਲਾਂ ਥੋੜੀ ਜੀ। ਕਿਸਾਨ ਸਾਡਾ ਰੀੜ੍ਹ ਦੀ ਹੱਡੀ ਹੈ ਪੰਜਾਬ ਦੀ, ਉਹਦੀ ਵੀ ਗੱਲ ਕਰਾਂਗੀ। ਵੇਰਕਾ ਸਾਹਿਬ ਨੇ ਕਿਹਾ ਬਈ ਕੁਝ ਸਿਆਸੀ ਪਾਰਟੀਆਂ ਲੋਕਾਂ ਨੂੰ ਭਰਮਾ ਦਿੰਦੀਆਂ ਵੀ ਤੁਹਾਨੂੰ ਇੰਨੇ ਰੋਜ਼ਗਾਰ ਮਿਲਣਗੇ। ਵੇਰਕਾ ਚੈਨਲ ਤੇ ਕਹਿ ਦਿੰਦੇ ਬਈ ਭਾਈ ਉਹ ਕਿਤੇ ਸਾਡੇ ਵਾਲੇ ਲਾਰੇ 'ਚ ਰਹਿ ਜਾ ਨਾ ਰਹਿ ਜਿਓ, ਨੌਕਰੀਆਂ ਤਾਂ ਇੰਨੀਆਂ ਕੀ ਹੁੰਦੀਆਂ, ਬਾਕੀ ਜੋ ਮਰਜ਼ੀ ਹੋਈ ਜਾਵੇ। ਦੂਸਰੀ ਗੱਲ ਜਿਹੜੀ ਮੈਂ ਕਹਿੰਦੀ ਹਾਂ ਕਿਸਾਨਾਂ ਦੀ, ਦੇਖੋ ਜੀ, ਵੇਰਕਾ ਸਾਹਿਬ ਨੂੰ ਲੱਗਦਾ ਵੀ ਸਾਰੀ ਫਸਲ ਚੱਕੀ ਜਾਣੀ ਹੈ, ਪਰ 12 ਕਿੱਲੇ ਮੇਰੇ ਜਗਰਾਉਂ ਹਲਕੇ ਦੇ ਵਿੱਚ 12 ਕਿੱਲੇ ਪੁੱਤਾਂ ਵਾਂਗੂ ਪਾਲੀ ਫਸਲ ਇੱਕ ਛੋਟੀ ਜਿਹੀ ਤਾਰ ਦੇ ਨਾਲ ਥੱਲੇ ਆਉਣ ਨਾਲ ਸੜ ਕੇ ਤਬਾਹ ਹੋ ਗਈ ਜੀ। ਹੁਣ ਉਹਨੂੰ ਕੀ ਹੌਸਲਾ ਦਵੋਗੇ? ਕਿਉਂਕਿ ਉਹਨੂੰ ਅਗਲੀ ਫਸਲ ਬੀਜਣ ਲਈ ਪੈਸਾ ਵੀ ਚਾਹੀਦਾ, ਉਹਨੂੰ ਅਗਲੀ ਫਸਲ ਬੀਜ ਲਿਆਉਣ ਲਈ ਸਭ ਕੁਝ ਚਾਹੀਦਾ। ਅੱਜ ਕਿੰਨੇ ਸੌ ਟਨ ਫਸਲ ਇਹ ਬਾਰਿਸ਼ ਆਉਣ ਨਾਲ ਕਾਲੀ ਹੋ ਗਈ। ਬਾਰਿਸ਼ ਆਉਣ ਨਾਲ ਥੋੜੀ ਜਿਹੀ ਉਹਦਾ ਰੰਗ ਫਿੱਕਾ ਪੈ ਗਿਆ। ਰੰਗ ਫਿੱਕਾ ਪੈ ਗਿਆ ਮਤਲਬ ਰੇਟ ਘਟ ਗਿਆ। ਰੇਟ ਘਟ ਗਿਆ, ਨੋ ਡਾਊਟ ਕਿ ਫਸਲ ਦਾ ਅਖੀਰਲਾ ਦਾਣਾ ਚੱਕਿਆ ਜਾਣਾ, ਪਰ ਚੱਕਿਆ ਕਿਹੜੀ ਕੀਮਤ ਤੇ ਜਾਣਾ, ਇਸ ਦਾ ਵੀ ਜਵਾਬ ਦੇ। ਬਈ ਜੇ ਤੁਹਾਡੀ ਫਸਲ ਦਾ ਰੰਗ ਵੀ ਫਿੱਕਾ ਪੈ ਗਿਆ ਤਾਂ ਫਿਕਰ ਨਾ ਕਰੋ, ਜਦੋਂ ਫਸਲ ਮੰਡੀ 'ਚ ਆ ਗਈ ਅਸੀਂ ਮੰਡੀ 'ਚ ਰੱਖ ਲਈ, ਤੁਹਾਨੂੰ ਸੇਮ ਰੇਟ ਮਿਲੇਗਾ। ਅੱਜ ਬਾਰਦਾਨੇ ਕਰਕੇ ਬਜ਼ੁਰਗ ਕੁਝ ਧਰਨਿਆਂ 'ਚ, ਕੁਝ ਮੰਡੀਆਂ 'ਚ, ਦੋਨੇ ਸਾਡੇ ਲਈ ਬਰਾਬਰ ਦੀ ਜ਼ਰੂਰਤ ਆ, ਕਿਉਂਕਿ ਉੱਥੇ ਵੀ ਪੰਜਾਬ ਦਾ ਆਤੇ ਲੱਗਿਆ, ਅਸੀਂ ਉਹਨੂੰ ਵੀ ਘਟਣ ਨਹੀਂ ਦੇਣਾ। ਬਾਰਦਾਨਾ ਕੋਈ ਨਵੀਂ ਚੀਜ਼ ਨਹੀਂ ਬਈ ਜਿਹੜੀ ਅਸੀਂ ਅੱਜ ਦੇ ਦਿਨ 'ਚ ਮੰਡੀ ਲੱਗ ਗਈ ਤੇ ਅੱਜ ਹੀ ਸਾਨੂੰ ਚਾਹੀਦੀ ਹੈ। ਇਹ ਤਾਂ ਪਹਿਲਾਂ ਵੀ ਪ੍ਰੋਵਾਈਡ ਕਰਵਾਇਆ ਜਾ ਸਕਦਾ। ਇਸ ਕਰਕੇ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਆ, ਇਹ ਸਮਾਂ ਜਿੱਥੇ ਆਪਾਂ ਕਹਿੰਦੇ ਆ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਆ, ਮੰਡੀਆਂ 'ਚ ਕਿਸਾਨ ਰੋਲ ਰਿਹਾ, ਉੱਥੇ ਵੀ ਸੋਸ਼ਲ ਡਿਸਟੈਂਸਿੰਗ ਦੀ ਜ਼ਰੂਰਤ ਆ। ਬਾਰਦਾਨਾ ਹਰ ਜਗ੍ਹਾ ਤੇ ਹੋਣਾ ਚਾਹੀਦਾ ਤਾਂ ਕਿ ਕਿਸਾਨ ਆਵੇ, ਫਸਲ ਬੀਜੇ, ਵੇਚ ਕੇ ਘਰ, ਜੇ ਉਹਦਾ ਕੋਈ ਨੁਕਸਾਨ ਮੰਡੀ 'ਚ ਹੁੰਦਾ ਤਾਂ ਉਹਦੀ ਭਰਪਾਈ ਵੀ ਉੱਥੇ ਹੀ ਹੋਵੇ। ਸਰਜੀਤ ਜੀ, ਜਾਂਦੇ ਜਾਂਦੇ ਇੱਕ ਆਖਰੀ ਸਵਾਲ, 2022 ਵਿਧਾਨ ਸਭਾ ਚੋਣਾਂ, ਹਾਲਾਂਕਿ ਕਾਂਗਰਸ ਹੋਣਾ ਨੇ ਤਾਂ ਰਾਜਨੀਤਿਕ ਜੋ ਸਲਾਹਕਾਰ ਨੇ ਉਹ ਲੈ ਲਏ ਨੇ, ਪ੍ਰਸ਼ਾਂਤ ਕਿਸ਼ੋਰ ਹੋਰੀ, ਬੇੜੀ ਪਾਰ ਲਾਉਂਦੇ ਨੇ ਜਾਂ ਨਹੀਂ ਲਾਉਂਦੇ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਆਮ ਆਦਮੀ ਪਾਰਟੀ ਦੇ ਕਿਹੜੇ ਨੇ ਰਾਜਨੀਤਿਕ ਸਲਾਹਕਾਰ, ਜਾਂ ਕੌਣ ਬੇੜੀ ਪਾਰ ਲਾਊਗਾ? ਕਿਉਂਕਿ ਜੇਕਰ 2017 ਦੀ ਗੱਲ ਕਰੀਏ ਤਾਂ ਦੂਜੀ ਵਿਰੋਧੀ ਧਿਰ ਆਈ ਸੀਗੀ ਪਾਰਟੀ, ਪਰ ਹੌਲੀ ਹੌਲੀ ਗ੍ਰਾਫ ਕਿਤੇ ਡਾਊਨ ਆਉਂਦਾ ਨਜ਼ਰ ਆ ਰਿਹਾ। ਨਗਰ ਨਿਗਮ ਚੋਣਾਂ ਤੁਸੀਂ ਦੇਖੀਆਂ, ਤੀਜੇ ਨੰਬਰ ਤੇ ਆ ਗਈ ਹੈ, ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਹੈ। ਕੀ 2022 ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਮਤ ਮਿਲੇਗਾ? ਨਗਰ ਨਿਗਮ ਦੀਆਂ ਚੋਣਾਂ ਨੂੰ ਅੰਕੜਿਆ ਨਹੀਂ ਜਾ ਸਕਦਾ, ਕਿਉਂਕਿ 16 ਦੇ ਵਿੱਚ ਅਕਾਲੀ ਦਲ ਨੇ ਨਗਰ ਨਿਗਮ ਦੀ ਚੋਣਾਂ 'ਚ ਬਹੁਮਤ ਹਾਸਲ ਕੀਤਾ ਸੀ, 17 'ਚ 0।
ਅੱਜ ਨਗਰ ਨਿਗਮ ਦੀਆਂ ਚੋਣਾਂ ਬੇਸ਼ੱਕ ਮੇਰੇ ਵੀਰ ਨੇ ਕਿਹਾ ਕਿ 33% ਅਸੀਂ ਰਿਜ਼ਰਵੇਸ਼ਨ ਲੇਡੀਜ਼ ਲਈ ਰਾਖਵੀਂ ਕਰਤੀ, ਪਰ ਜਦੋਂ ਕਾਂਗਰਸ ਕੈਂਡੀਡੇਟ ਹੋਵੇ ਲੇਡੀ ਤਾਂ ਉਹ ਸੇਫ ਐਂਡ ਸਿਕਿਉਰ ਹੈ। ਜਦੋਂ ਦੂਜੀ ਪਾਰਟੀ ਵੱਲ ਹੋਵੇ ਉਹਦੇ ਨਾਲ ਹਰ ਤਰ੍ਹਾਂ ਦਾ ਕੀਤਾ ਜਾਂਦਾ। ਖੁਦ ਮੈਂ ਬੈਠੀ ਹਾਂ, ਜੇ ਮੈਂ ਪ੍ਰਸ਼ਾਸਨ ਦੇ ਵਿਰੁੱਧ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਐਮਐਲਏ ਨੇ, ਮੇਰੇ ਤੇ ਪਰਚੇ ਕੀਤੇ ਗਏ। ਇੱਕ ਆਮ ਘਰਾਂ ਦੀ ਗੱਲ ਤਾਂ ਛੱਡੀ ਦਿਓ। ਦੂਸਰੀ ਗੱਲ, ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਲੋਕਾਂ ਦਾ ਪੈਸਾ ਖਰਚ ਕੇ ਕਿਸੇ ਵੀ ਸਿਆਸੀ ਸਲਾਹਕਾਰ ਦੀ ਲੋੜ ਨਹੀਂ, ਕਿਉਂਕਿ ਸਾਡੇ ਸਲਾਹਕਾਰ ਲੋਕ ਬੈਠੇ ਆ। ਲੋਕ ਬਹੁਤ ਵਧੀਆ ਜੱਜ ਕਰ ਸਕਦੇ ਹੁੰਦੇ ਆ। ਜਿਹਦੀ ਅੱਖ ਦੁਖਦੀ ਹੈ ਉਹਨੂੰ ਆਪਣੀ ਦਵਾ ਦਾਰੂ ਦਾ ਵੀ ਪਤਾ ਹੁੰਦਾ। ਇਹ ਖੁਦ ਲੋਕਾਂ ਦੇ ਸਾਥ ਨਾਲ ਜੀ ਬਿਲਕੁਲ ਅਸੀਂ ਅੱਗੇ ਵਧਾਂਗੇ। ਵੇਰਕਾ ਸਾਹਿਬ 2022 ਪੰਜਾਬ ਕਿਸ ਦਾ? ਆਖਰੀ ਸਵਾਲ। ਦੇਖੋ ਗੱਲ ਇਹ ਹੈ ਕਿ ਜਿੰਨੇ ਵੀ ਅੱਜ ਤੱਕ ਇਮਤਿਹਾਨ ਆਏ, ਇਹਨਾਂ ਨੇ ਕਾਰਪੋਰੇਸ਼ਨ ਦਾ ਜ਼ਿਕਰ ਭੈਣ ਮੇਰੀ ਨੇ ਕੀਤਾ ਕਿ ਅਕਾਲੀ ਦਲ ਨੇ ਪਿਛਲੀ ਦਫਾ ਜਿੱਤੀਆਂ ਸੀ ਪੰਚਾਇਤਾਂ ਤੇ ਕਾਰਪੋਰੇਸ਼ਨਾਂ ਤੇ ਹਾਰ ਗਏ, ਲੇਕਿਨ ਉਹਦੇ ਨਾਲ ਨਾਲ ਸਾਡੇ ਹੁੰਦਿਆਂ ਪਾਰਲੀਮੈਂਟ ਇਲੈਕਸ਼ਨ ਵੀ ਆਏ ਹੈ, ਅਸੀਂ ਉਹਨੂੰ ਵੀ ਵਿਨ ਕੀਤਾ ਹੈ। ਬਾਈ ਇਲੈਕਸ਼ਨ ਵੀ ਆਏ ਹੈ, ਅਸੀਂ ਉਹਨਾਂ ਨੂੰ ਵੀ ਵਿਨ ਕੀਤਾ ਹੈ। ਅਸੀਂ ਇਹ ਲੋਕਾਂ ਦਾ ਵਿਸ਼ਵਾਸ ਪੰਚਾਇਤਾਂ 'ਚ ਵੀ ਜਿੱਤਿਆ ਹੈ, ਅਸੀਂ ਲੋਕਾਂ ਦਾ ਵਿਸ਼ਵਾਸ ਕਾਰਪੋਰੇਸ਼ਨਾਂ 'ਚ ਵੀ ਜਿੱਤਿਆ। ਜਿਹੜਾ ਲੇਟੈਸਟ ਕਹਾਣੀ ਹੈ ਉਹ, ਲੇਕਿਨ ਅਸੀਂ ਇਹ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ ਔਰ 2022 ਦੇ ਵਿੱਚ ਵੀ ਇਹ ਜਿਹੜੀ ਹੈ ਉਹ ਸਰਕਾਰ ਬਣਾਉਣ ਦੀ ਸਾਡੀ ਵਾਰੀ ਹੈ। ਇਸ ਲਈ ਸਾਡੀ ਪੂਰੀ ਤਿਆਰੀ ਹੈ। ਜੀ ਬਿਲਕੁਲ। ਵੇਰਕਾ ਸਾਹਿਬ, ਸਰਬਜੀਤ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਆਏ,